ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਚੌਪਈ। ਸ੍ਰੀ ਗੁਰ ਭਾਖਹਿ ਦੇਸ ਦੇਖ ਤਮਾਸ਼ਾ, ਜੋ ਕਰਤਾਰ ਦਿਖਾਏ ਬਿਲਾਸਾ। ਨਹਿ ਰਾਖਸ਼ ਕੋ ਦੇ ਦਿਖਾਈ, ਮਰਦਾਨਾ ਦੇਖਹਿ ਗੁਰ ਤਾਈ। ਸ੍ਰੀ ਗੁਰ ਭਾਖਹਿ ਦੇਖ ਤਮਾਸ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰੂ ਜੀ ਹਨ, ਜਿਨ੍ਹਾਂ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਇਸ ਕਲਯੁਗ ਦੇ ਸਮੇਂ ਦੇ ਵਿੱਚ ਸਾਨੂੰ ਕਲਯੁਗੀ ਜੀਵਾਂ ਨੂੰ ਜੀਵਨ ਦੀ ਸਫਲਤਾ ਦਾ ਸ਼ੁਭ ਉਪਦੇਸ਼ ਬਖਸ਼ਿਸ਼ ਹੋ ਰਿਹਾ ਹੈ। ਐਸੇ ਧੰਨ ਗੁਰੂ ਨਾਨਕ ਮਹਾਰਾਜ ਨੇ ਇਹ ਜੋ ਸੱਚ ਧਰਮ ਦਾ ਉਪਦੇਸ਼ ਹਜੂਰ ਜੀ ਨੇ ਇਸ ਧਰਤੀ ਤੇ ਵਿਚਰ ਵਿਚਰ ਕਰਕੇ ਥਾਵਾਂ ਥਾਵਾਂ ਤੇ ਪਹੁੰਚ ਕੇ ਗੁਰੂ ਸਾਹਿਬ ਜੀ ਨੇ ਸੱਚੇ ਵਾਹਿਗੁਰੂ ਪਰਮੇਸ਼ਵਰ ਦਾ ਸੱਚਾ ਉਪਦੇਸ਼ ਬਖਸ਼ ਕਰਕੇ ਅਨੇਕ ਜੀਵਾਂ ਦਾ ਕਲਿਆਣ ਕੀਤਾ, ਸਿੱਖੀ ਦੀ ਦਾਤ ਬਖਸ਼ੀ, ਸਿੱਖੀ ਦਾ ਪ੍ਰਚਾਰ ਕੀਤਾ। ਉਹ ਸਤਿਗੁਰੂ ਦੀ ਬਰਕਤ ਹੈ, ਜਿਸ ਦਾ ਸਦਕਾ ਅਸੀਂ ਗੁਰਸਿੱਖੀ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੜ ਪਕੜ ਕਰਕੇ ਆਪਣੇ ਜੀਵਨ ਵਿੱਚ ਸਤਿਗੁਰੂ ਦੇ ਦੱਸੇ ਹੋਏ ਮਾਰਗ 'ਤੇ ਤੁਰ ਕੇ ਆਪਣਾ ਜੀਵਨ ਸਫਲ ਕਰਨ ਦੀ ਕੋਸ਼ਿਸ਼ ਵਿੱਚ ਹਾਂ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਸ ਤਰ੍ਹਾਂ ਪਵਿੱਤਰ ਬਾਣੀ ਦੇ ਬਚਨ ਨੇ, ਪਸ਼ੂ ਪ੍ਰੇਤ ਮੁਗਤ ਕੋ ਉਤਾਰੈ। ਮੇਰੇ ਸਤਿਗੁਰੂ ਪਾਤਸ਼ਾਹ ਜੀ ਪਸ਼ੂਆਂ ਦਾ, ਪ੍ਰੇਤਾਂ ਦਾ, ਪੱਥਰਾਂ ਦਾ ਵੀ ਉਧਾਰ ਕਰਨ ਵਾਲੇ ਹਨ। ਅੰਤਰਜਾਮੀ ਜੀ ਬਖਸ਼ਿਸ਼ ਕੀਤੀ ਹਜੂਰ ਪਾਤਸ਼ਾਹ ਜੀ ਨੇ। ਸੋ ਆਪ ਜੀ ਵਿਚਰਦੇ ਹੋਏ ਸੰਗਲਾਦੀਪ ਤੋਂ ਚੱਲੇ ਹਨ ਅਤੇ ਹਜੂਰ ਪਾਤਸ਼ਾਹ ਜੀ ਆਏ ਨੇ ਤ੍ਰਿਆ ਰਾਜ ਦੇ ਵਿੱਚ।
ਨੂਰ ਸ਼ਾਹ ਆਦਿਕ ਜਾਦੂ ਟੂਣਿਆਂ 'ਚ ਲੱਗ ਕਰਕੇ ਜੋ ਆਪਣਾ ਜੀਵਨ ਵਿਗਾੜ ਰਹੀਆਂ ਸਨ, ਸਤਿਗੁਰੂ ਨੇ ਬਖਸ਼ਿਸ਼ ਕਰਕੇ ਉਹਨਾਂ ਨੂੰ ਗੁਰਸਿੱਖੀ ਦੀ ਦਾਤ ਬਖਸ਼ ਕਰਕੇ ਪਰਮੇਸ਼ਵਰ ਦੀ ਭਗਤੀ ਵਿੱਚ ਜੋੜਿਆ। ਧਰਮਸਾਲ ਬਣਵਾ ਕਰਕੇ ਕਥਾ ਕੀਰਤਨ ਦਾ ਸਤਸੰਗ ਦਾ ਪ੍ਰਵਾਹ ਚਲਾਇਆ, ਬਖਸ਼ਿਸ਼ ਕੀਤੀ। ਤੇ ਇਸ ਤੋਂ ਉਪਰੰਤ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜੰਗਲ ਦੇ ਵਿੱਚ ਆਸ਼ਰਮ ਬਣਿਆ ਹੋਇਆ ਹੈ। ਗੋਰਖਨਾਥ ਦਾ ਸ਼ਾਗਿਰਦ ਬਣ ਕਰਕੇ ਬੜੀ ਤਪੱਸਿਆ ਸਾਧੀ, ਦਸਮ ਦਵਾਰ ਤੱਕ ਤਾਂ ਪਹੁੰਚ ਹੈ ਸੀ। ਦਸਮ ਦਵਾਰ ਵਿੱਚ ਪਹੁੰਚ ਕੇ ਪ੍ਰਾਣ ਆਪਣੇ ਟਿਕਾ ਲੈਣੇ, ਉਮਰ ਲੰਬੀ ਕਰ ਲੈਣੀ, ਇੰਨੀ ਕਿਰਿਆਤਾ ਸੀ। ਔਰ ਥੋੜ੍ਹੀ ਬਹੁਤੀ ਸਿੱਧੀ ਵੀ ਪ੍ਰਾਪਤ ਜ਼ਰੂਰ ਸੀ, ਇੰਨੇ ਲੰਬੇ ਸਮੇਂ ਤੋਂ ਤਪ ਸਾਧਿਆ ਸੀ। ਪਰ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇੱਥੋਂ ਤੱਕ ਪਹੁੰਚ ਕੇ ਵੀ ਜੀਵਨ ਦੀ ਸਫਲਤਾ ਨਹੀਂ ਹੈ, ਮਨੁੱਖ ਦਾ ਕਲਿਆਣ ਨਹੀਂ। ਇਸ ਲਈ ਹਜ਼ੂਰ ਨਾਨਕ ਪਾਤਸ਼ਾਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਭਰਤਰੀ ਦੇ ਆਸ਼ਰਮ ਦੇ ਮੂਹਰੇ ਜਾ ਕਰਕੇ ਬੈਠੇ ਨੇ, ਅੰਦਰ ਪ੍ਰਵੇਸ਼ ਨਹੀਂ ਕੀਤਾ, ਬਾਹਰ ਬੈਠੇ ਨੇ। ਤੋ ਭਰਤਰੀ ਰਾਜਾ ਜਿਹੜਾ ਹੈ ਜੋਗੀ, ਕਿਸੇ ਕਾਰਜ ਲਈ ਬਾਹਰ ਆਇਆ, ਗੁਰੂ ਨਾਨਕ ਸਾਹਿਬ ਦਾ ਦਰਸ਼ਨ ਦੇਖ ਕਰਕੇ, ਸੁੰਦਰ ਚਿਹਰੇ ਦਾ ਦਰਸ਼ਨ ਕਰਕੇ ਪ੍ਰਭਾਵਿਤ ਹੋਇਆ। ਸ਼ਰਨ ਵਿੱਚ ਆ ਕਰਕੇ ਅਰਜ਼ ਕੀਤੀ, ਮਹਾਰਾਜ ਤੁਸੀਂ ਕੌਣ ਹੋ, ਕੀ ਨਾਮ ਹੈ? ਭਾਈ ਬਾਲਾ ਜੀ ਨੇ ਗੁਰੂ ਸਾਹਿਬ ਦਾ ਇਸ਼ਾਰਾ ਸਮਝ ਕਰਕੇ ਦੱਸ ਦਿੱਤਾ ਹੈ। ਗੁਰੂ ਨਾਨਕ ਦਾ ਨਾਮ ਸੁਣ ਕਰਕੇ ਨੇ ਚਰਨ ਪਕੜੇ, ਢਹਿ ਪਿਆ, ਬੜਾ ਭਰੋਸਾ ਕੀਤਾ ਤੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਲੰਬੇ ਸਮੇਂ ਤੋਂ ਉਡੀਕ ਰਿਹਾ, ਕਦੋਂ ਤੁਸੀਂ ਆਉਂਗੇ? ਪੁੱਛਿਆ ਤੂੰ ਕਿਵੇਂ ਉਡੀਕਦਾ? ਦੱਸਿਆ ਕਿ ਮਹਾਰਾਜ ਨਾਰਦ ਮੁਨੀ ਇੱਕ ਵਾਰ ਮਿਲਿਆ ਸੀ, ਉਸ ਕੋਲੋਂ ਮੈਂ ਕੁਝ ਸਵਾਲ ਪੁੱਛੇ ਸੀ, ਸ਼ੰਕਾ ਸੀ, ਤੇ ਉਸ ਨੇ ਇਹ ਕਿਹਾ ਕਿ ਅਕਾਲ ਪੁਰਖ ਪਰਮੇਸ਼ਵਰ ਧਰਤੀ ਤੇ ਰੂਪ ਧਾਰ ਕੇ ਆਏ ਨੇ, ਉਹ ਤੈਨੂੰ ਮਿਲਣਗੇ, ਜੋ ਮਰਜ਼ੀ ਪੁੱਛ ਲਈ, ਝੱਟ ਤੇਰੇ ਸੰਸ਼ੇ ਨਿਵਰਤ ਕਰਨਗੇ। ਤਾਂ ਮਹਾਰਾਜ ਮੈਂ ਤੇ ਉਦੋਂ ਦਾ ਉਡੀਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਆਪਣਾ ਸ਼ੰਕਾ ਜਿਹੜਾ ਹੈ ਤੂੰ ਪ੍ਰਗਟ ਕਰ ਤੇ ਉਸ ਦਾ ਸਮਾਧਾਨ ਕਰ ਲੈ। ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਗੱਲ ਇਹ ਹੈ ਕਿ ਅੱਜ ਤੱਕ ਇੰਨਾ ਗਿਆਨ ਮਿਲਿਆ ਕਿ ਯੋਗ ਤੋਂ ਬਿਨਾਂ ਮਨ ਨਿਰਮਲ ਨਹੀਂ ਹੁੰਦਾ। ਦੂਸਰਾ ਹੈ ਇਹ ਜੋਗੀਆਂ ਦੇ ਮਤ ਵਿੱਚ ਭਾਈ ਸ਼ਰਾਬ ਦਾ ਪਿਆਲਾ ਪੀ ਕੇ ਜਿਸ ਲਈ ਉਹਦੇ ਨਾਲ ਦਿਮਾਗ ਨੂੰ ਖਰੂਦ ਚੜ੍ਹਦਾ ਹੈ, ਮਸਤ ਹੁੰਦਾ, ਕਮਲਾ ਹੁੰਦਾ ਹੈ, ਤੇ ਉਹਦੇ ਵਿੱਚ ਕਹਿੰਦੇ ਨੇ ਦਸਮ ਦੁਆਰ ਖੁੱਲ੍ਹਦਾ ਤੇ ਕਹਿੰਦੇ ਸਾਡੀ ਅਨਹਦ ਧੁਨੀ ਵੱਜਦੀ ਹੈ। ਤੇ ਮਹਾਰਾਜ ਵੀ ਤੁਸੀਂ ਦੱਸੋ ਵੀ ਮਨ ਨਿਰਮਲ ਕਿੱਦਾਂ ਹੁੰਦਾ ਹੈ ਤੇ ਅਨਹਦ ਧੁਨ ਕਿਵੇਂ ਵੱਜਦੀ ਹੈ? ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਇਸ ਨੂੰ ਸੰਬੋਧਨ ਕਰਦਿਆਂ ਬਖਸ਼ਿਸ਼ ਕੀਤੀ। ਹਜ਼ੂਰ ਕਹਿੰਦੇ ਤੂੰ ਕਿਹਾ ਵੀ ਜੋਗ ਬਿਨਾਂ ਮਨ ਨਿਰਮਲ ਨਹੀਂ, ਅਸੀਂ ਹਠ ਜੋਗ ਦੇ ਥਾਂ ਭਗਤ ਜੋਗ ਜਿਹੜਾ ਹੈ ਇਹ ਪ੍ਰਚਲਿਤ ਕੀਤਾ ਹੈ। ਇਸ ਵਾਸਤੇ ਸੋ ਭਗਤੀ ਜਿਹੜੀ ਹੈ ਮਨ ਨਿਰਮਲ ਤੋਂ ਬਿਨਾਂ ਭਗਤੀ ਨਹੀਂ ਹੁੰਦੀ ਹੈ। ਤਾਂ ਇਉਂ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕਰਕੇ ਦੋ ਸ਼ਬਦ ਭਰਤਰੀ ਦਾ ਨਾਮ ਲੈ ਕੇ ਉਚਾਰਨ ਕਰਕੇ ਇਸ ਨੂੰ ਸ਼ੁਭ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ, ਜਿਹਦੇ ਨਾਲ ਸੋ ਇਸ ਦੀ ਇਸ ਪ੍ਰਕਾਰ ਤਸੱਲੀ ਹੋਈ। ਇਸ ਤੋਂ ਬਾਅਦ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ, ਘਣੇ ਜੰਗਲ ਵਿੱਚ ਤੁਰੇ ਜਾਂਦੇ ਇੱਕ ਜਗ੍ਹਾ ਤੇ ਟਿਕ ਗਏ ਨੇ। ਹਜ਼ੂਰ ਪਾਤਸ਼ਾਹ ਨੇ ਆਪਣੀ ਮਾਇਆ ਵਰਤਾਈ, ਮਰਦਾਨੇ ਦਾ ਮਨ ਪ੍ਰੇਰ ਦਿੱਤਾ। ਇਸ ਦਾ ਮਨ ਘਰ ਦਾ ਮੋਹ ਜਾਗਿਆ ਮਨ ਦੇ ਵਿੱਚ। ਕਹਿਣ ਲੱਗਾ ਮਹਾਰਾਜ ਵੀ ਮੈਂ ਤੇ ਨਹੀਂ ਰਹਿਣਾ, ਮੈਂ ਤੇ ਚੱਲਿਆ ਘਰ, ਆਪਣੇ ਪਰਿਵਾਰ ਨੂੰ ਮਿਲਾਂ। ਮਹਾਰਾਜ ਅੰਦਰੋਂ ਮਨ ਪ੍ਰੇਰ ਦਿੱਤਾ, ਬਾਹਰੋਂ ਸਮਝਾਉਂਦੇ ਨੇ ਰਾਹ 'ਚ ਬਲਾ ਤੈਨੂੰ ਕੋਈ ਫੜ ਲਊਗੀ, ਜਿੱਦਾਂ ਬੱਚੇ ਨੂੰ ਡਰਾਈਦਾ ਭਈ ਤੈਨੂੰ ਕੋਈ ਬਲਾ ਫੜ ਲੈਗੀ ਤੇ ਜੰਗਲ 'ਚ ਤੂੰ ਨਾ ਜਾ, ਸਾਡੇ ਨਾਲ ਰਹੋ। ਨਹੀਂ ਜੀ ਮੈਂ ਤੇ ਜਾਊਂ। ਮਹਾਰਾਜ ਨੇ ਭਾਈ ਬਾਲੇ ਨੂੰ ਕਿਹਾ ਤੂੰ ਸਮਝਾ ਕੇ ਵੇਖ ਲੈ। ਭਾਈ ਬਾਲਾ ਜੀ ਨੇ ਮੈਂ ਸਮਝਾਇਆ, ਕਹਿੰਦਾ ਨਹੀਂ ਜੀ। ਮਹਾਰਾਜ ਕਹਿੰਦੇ ਚੰਗਾ ਜਾ ਫਿਰ। ਸੋ ਜਿਹੜੇ ਇਸ ਨੇ ਕੁਝ ਸਫ਼ਰ ਕੀਤਾ, ਅੱਗੇ ਗਿਆ ਤੇ ਅੱਗੇ ਇੱਕ ਰਾਖਸ਼ ਸੀ, ਉਸ ਨੇ ਇਸ ਨੂੰ ਪਕੜ ਲਿਆ ਤੇ ਆਪਣੀ ਜਗ੍ਹਾ ਤੇ ਲੈ ਗਿਆ ਹੈ। ਸੋ ਇਸ ਨੂੰ ਪਕੜ ਲਿਆ, ਆਪਣਾ ਤੇਲ ਦਾ ਕੜਾਹਾ ਗਰਮ ਕਰਨਾ ਰੱਖ ਦਿੱਤਾ ਹੈ। ਮਰਦਾਨਾ ਸੋਚਦਾ ਵੀ ਹੁਣ ਤਾਂ ਬਸ ਮੌਤ ਹੀ ਹੈ, ਹੁਣ ਤਾਂ ਮੁਸ਼ਕਲ ਹੀ ਹੈ, ਇਹਦੇ ਕੋਲ ਕਿਵੇਂ ਬਚਾਂਗੇ। ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰਦਾ, ਮਹਾਰਾਜ ਕਿਰਪਾ ਕਰੋ, ਠੀਕ ਹੈ ਮੇਰੀ ਗਲਤੀ ਹੈ, ਬਚਨ ਨਹੀਂ ਮੰਨਿਆ, ਪਰ ਮਹਾਰਾਜ ਤੁਹਾਡਾ ਬਿਰਦ ਹੈ, ਤੁਸੀਂ ਕਿਰਪਾ ਕਰੋ
ਹੁਣ ਤੁਸੀਂ ਬਚਾ ਸਕਦੇ ਹੋ, ਮਿਹਰ ਕਰੋ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਭਾਈ ਬਾਲਾ ਜੀ ਨੂੰ ਕਹਿੰਦੇ, ਭਾਈ ਬਾਲਾ ਪੇ ਚੱਲ ਚਲੀਏ, ਬਲਾ ਨੇ ਫੜ ਲਿਆ ਹੈ ਤੇ ਉਹਨੂੰ ਜਾ ਕੇ ਛਡਾਈਏ। ਤੋ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਬਚਨ ਮੰਨਿਆ ਨਹੀਂ, ਬੁਲਾ ਦੇ ਤੇ ਫੜਨਾ ਹੀ ਸੀ। ਮਹਾਰਾਜ ਕਹਿੰਦੇ ਸੰਗ ਲਏ ਦੀ ਲਾਜ ਹੈ, ਇਸ ਵਾਸਤੇ ਚਲੋ ਭਾਈ, ਨਾਲੇ ਸਾਡੇ ਨਾਲ ਕੰਮ ਹੈ, ਸਾਨੂੰ ਕੰਮ ਹੈ ਉਹਦੇ ਨਾਲ, ਮਰਦਾਨਾ ਸਾਜ਼ ਵਜਾਉਂਦਾ, ਰਾਗ ਕਰਦਾ, ਕੀਰਤਨ ਹੁੰਦਾ, ਤੇ ਚਲੋ ਉਸ ਨੂੰ ਛੁਡਾਈਏ। ਬਾਲਾ ਜੀ ਕਹਿਣ ਲੱਗੇ ਮਹਾਰਾਜ ਕਿੰਨੀ ਕੁ ਦੂਰ ਹੈ? ਮਹਾਰਾਜ ਕਹਿੰਦੇ ਵੀ 11 ਕੁ ਕੋਹ ਹੀ ਆ ਇੱਥੋਂ, ਹਲੇ 1 ਦਿਨ ਦਾ ਸਫ਼ਰ ਹੈ। ਕਹਿੰਦਾ ਮਹਾਰਾਜ ਫਿਰ ਕਿਰਪਾ ਕਰੋ, ਤੇ ਇਹ ਨਾ ਹੋਵੇ ਸਾਡੇ ਜਾਣ ਤੋਂ ਪਹਿਲਾਂ ਹੀ ਕਹਿੰਦੇ ਨੇ ਰਾਖਸ਼ ਉਸ ਨੂੰ ਖਾ ਜਾਵੇ ਤੇ ਸਾਡੇ ਜਾਣ ਦਾ ਫਾਇਦਾ ਕੀ ਹੋ। ਮਹਾਰਾਜ ਕਹਿੰਦੇ ਨਹੀਂ ਕੋਈ ਗੱਲ ਨਹੀਂ, ਚੱਲਦੇ। ਭਾਈ ਬਾਲੇ ਦਾ ਹੱਥ ਫੜਿਆ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਨੇਤਰ ਬੰਦ ਕੀਤੇ ਤੇ ਇੱਕ ਛਿਨ ਵਿੱਚ ਉੱਥੇ ਆ ਗਏ। ਇੱਥੇ ਆਣ ਕੇ ਕੌਤਕ ਕੀਤਾ, ਮਰਦਾਨੇ ਦੇ ਸਨਮੁਖ ਗੁਰੂ ਸਾਹਿਬ ਹੋ ਗਏ, ਜਿੱਥੇ ਮਰਦਾਨੇ ਨੂੰ ਬੰਨਿਆ ਸੀ, ਰੱਖਿਆ ਸੀ। ਤੇ ਆਪ ਇੱਧਰ ਲੱਗਾ ਸੀ ਆਪਣਾ ਰੱਖ ਜਿਹੜਾ, ਸੋ ਤੇਲ ਦਾ ਕੜਾਹਾ ਗਰਮ ਕਰਨ ਪਈ, ਹੁਣ ਤਲ ਕੇ ਖਾਊਂਗਾ। ਤੋ ਜਦੋਂ ਇਸ ਤਰੀਕੇ ਦੇ ਨਾਲ ਤੋ ਗੁਰੂ ਸਾਹਿਬ ਨੇ ਮਰਦਾਨੇ ਨੂੰ ਦਰਸ਼ਨ ਦਿੱਤੇ ਨੇ, ਤੇ ਮਹਾਰਾਜ ਕਹਿੰਦੇ ਭਾਈ ਮਰਦਾਨਾ ਜਾਂਦਾ ਨਹੀਂ ਪਿੰਡ ਨੂੰ, ਭਾਈ ਇੱਥੇ ਬੈਠਾ, ਸ਼ਰਮ ਨਾਲ ਸੀਸ ਝੁਕਾ ਲਿਆ। ਗੁਰੂ ਪਾਤਸ਼ਾਹ ਮਨ 'ਚ ਖੁਸ਼ ਹੋ ਗਿਆ ਵੀ ਗੁਰੂ ਸਾਹਿਬ ਆ ਗਏ, ਹੁਣ ਮੇਰਾ ਨਵਾਂ ਜੀਵਨ ਹੋ ਜੂ, ਹੁਣ ਨਹੀਂ ਮੈਂ ਮਰਦਾ। ਗੁਰੂ ਸਾਹਿਬ ਨੇ ਬਖਸ਼ਿਸ਼ ਭਾਈ ਬਾਲੇ ਨੂੰ ਕਹਿੰਦੇ ਮਰਦਾਨੇ ਨੂੰ ਦਰਸ਼ਨ ਦਿੱਤਾ ਹੈ, ਅਜੇ ਇਸ ਰਾਖਸ਼ ਨੂੰ ਅਸੀਂ ਦਰਸ਼ਨ ਨਹੀਂ ਦੇਣਾ ਹੈ। ਕਹਿੰਦੇ ਠੀਕ ਹੈ। ਮਹਾਰਾਜ ਕਹਿਣ ਲੱਗ ਪਿਆ ਹੁਣ ਕੜਾਹਾ ਤੱਤਾ ਹੋ ਰਿਹਾ ਤੇਲ ਦਾ, ਮਰਦਾਨੇ ਨੂੰ ਇਹਦੇ ਵਿੱਚ ਸੁੱਟ ਕੇ ਨਾ ਇਸ ਨੇ ਤੇ ਤਲ ਕੇ ਖਾਣਾ ਹੈ। ਤੇ ਭਾਈ ਬਾਲਾ ਜੀ ਕਹਿੰਦੇ ਨੇ ਮਹਾਰਾਜ ਭਈ ਸਾਡੇ ਆਇਆਂ ਦਾ ਫਾਇਦਾ ਕੀ ਹੋਊ, ਵੀ ਜੇ ਅਗਰ ਤੁਸੀਂ ਆ ਵੀ ਗਏ ਤੇ ਜੇ ਮਰਦਾਨੇ ਨੂੰ ਤਲ ਕੇ ਹੀ ਇਸ ਨੇ ਤੇ ਖਾ ਜਾਣਾ ਹੈ, ਤੇ ਮਹਾਰਾਜ ਫਿਰ ਜੇ ਆਏ ਤੇ ਨਾ ਆਏ, ਫਿਰ ਸਾਡੇ ਆਉਣ ਦਾ ਫਾਇਦਾ ਕੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਇਸ ਗੱਲ ਦਾ ਜਵਾਬ ਦਿੰਦੇ ਨੇ। ਇੱਥੋਂ ਤੱਕ ਪ੍ਰਸੰਗ ਦੀ ਲੜੀ ਨੂੰ ਅਸੀਂ ਸਰਵਣ ਕੀਤਾ। ਆਓ ਪਿਆਰਪੂਰਵਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਅਚਰਜ ਕੌਤਕਾਂ ਨੂੰ ਇਤਿਹਾਸ ਵਿੱਚੋਂ ਸਰਵਣ ਕਰਦੇ ਹੋਏ ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਗੁਰ ਭਾਖਹਿ ਦੇਖ ਤਮਾਸਾ। ਮਹਾਰਾਜ ਕਹਿੰਦੇ ਭਾਈ ਬਾਲਾ ਜੀ ਤੂੰ ਕੌਤਕ ਦੇਖ ਕੀ ਹੁੰਦਾ ਹੈ। ਜੋ ਕਰਤਾਰ ਦਿਖਾਏ ਬਿਲਾਸਾ। ਮੇਰਾ ਅਕਰਤਾਰ ਅਕਾਲ ਪੁਰਖ ਵਾਹਿਗੁਰੂ ਜਿਹੋ ਜਿਹਾ ਬਿਲਾਸ ਕੌਤਕ ਦਿਖਾਉਂਦੇ ਨੇ, ਹੁਣ ਤੱਕੋ ਕੀ ਹੁੰਦਾ ਹੈ। ਨਹਿ ਰਾਖਸ਼ ਕੋ ਦੇ ਦਿਖਾਈ। ਪਰ ਇਹ ਹੈ ਵੀ ਇਸ ਰਾਖਸ਼ ਨੂੰ ਅਸੀਂ ਅਜੇ ਦਰਸ਼ਨ ਨਹੀਂ ਦੇਣਾ ਹੈ। ਮਰਦਾਨਾ ਦੇਖੇ ਗੁਰ ਤਾਈ। ਪਰ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਰਿਹਾ ਹੈ। ਤਪਿਓ ਤੇਲ ਜਬ ਅਗਨ ਸਮਾਨਾ। ਜਦੋਂ ਤੇਲ ਜਿਹੜਾ ਸੀ ਅੱਗ ਦੀ ਨਿਆਈ ਗਰਮ ਹੋ ਗਿਆ। ਖਲ ਨੇ ਗਹਿ ਲੀਨੋ ਮਰਦਾਨਾ। ਇਹ ਰਾਖਸ਼ ਸੋ ਮੂਰਖ ਨੇ ਮਰਦਾਨੇ ਨੂੰ ਪਕੜ ਲਿਆ। ਬਲ ਕੇ ਸੰਗ ਤੇਲ ਮਹਿ ਡਾਰਾ। ਤੇ ਬੜੇ ਆਪਣੇ ਬਲ ਦੇ ਨਾਲ ਸੋ ਭਾਈ ਮਰਦਾਨੇ ਨੂੰ ਉਸ ਤਪਦੇ ਤੇਲ ਦੇ ਕੜਾਹੇ ਦੇ ਵਿੱਚ ਸੁੱਟਿਆ ਇਸ ਨੇ। ਘਿੱਗ ਕੈ ਸ੍ਰੀ ਗੁਰ ਨਾਮ ਉਚਾਰਾ। ਤੇ ਮਰਦਾਨਾ ਘਬਰਾ ਕੇ ਕੰਘਿਆ ਕੇ ਗੁਰੂ ਸਾਹਿਬ ਜੀ ਦਾ ਨਾਮ ਉਚਾਰਨ ਕਰਦਾ ਹੈ। ਤਰਾਹੇ ਤਰਾਹੇ ਨਿਜ ਬਿਰਦ ਸੰਭਾਰਹੁ। ਰੱਖਿਆ ਕਰੋ ਗੁਰੂ ਨਾਨਕ ਸਾਹਿਬ ਜੀ, ਆਪਣਾ ਬਿਰਦ ਸੰਭਾਲੋ, ਮਹਾਰਾਜ ਮੈਨੂੰ ਬਚਾ ਲਓ ਜੀ। ਪਾਹੇ ਪਾਹੇ ਮੁਝ ਜਰਤ ਉਬਾਰਹੁ। ਮੈਨੂੰ ਸੜਦੇ ਨੂੰ ਰੱਖ ਲਓ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਚਰਨਾਂ ਦਾ ਆਸਰਾ ਹੈ। ਗੁਣ ਹੈ ਗੁਣਨ ਕੋ ਅਬ ਨਹਿ ਕਾਲਾ। ਮਹਾਰਾਜ ਹੁਣ ਇਹ ਸਮਾਂ ਨਹੀਂ ਹੈ ਮੇਰੇ ਗੁਣ ਔਗਣ ਵਿਚਾਰਨ ਦਾ, ਸਮਾਂ ਨਹੀਂ ਗੁਨਾਹਾਂ ਦਾ। ਰੱਛਾ ਕੋ ਇਹ ਸਮਹਿ ਕਿਰਪਾਲਾ। ਹੁਣ ਕਿਰਪਾਲੂ ਜੀ ਰੱਖਿਆ ਕਰਨ ਦਾ ਸਮਾਂ ਹੈ, ਮੇਰੀ ਰੱਖਿਆ ਕਰੋ ਮਹਾਰਾਜ। ਦੋਹਰਾ ਤੇਲ ਭਇਓ ਸੀਤਲ ਤਬਹਿ। ਜਦੋਂ ਮਰਦਾਨਾ ਜੀ ਨੂੰ ਸੋ ਤੱਤੇ ਤੇਲ ਦੇ ਵਿੱਚ ਕੜਾਹੇ ਵਿੱਚ ਸੁੱਟਿਆ ਤੇ ਜਿਹੜਾ ਤੇਲ ਸੀ ਉਹ ਸਾਰਾ ਹੀ ਠੰਡਾ ਹੋ ਗਿਆ ਹੈ। ਦੇਹ ਪਰਸ ਕਰ ਸੋਏ। ਤੇ ਜਦੋਂ ਮਰਦਾਨੇ ਦਾ ਸਰੀਰ ਛੋਹਿਆ ਤੇਲ ਦੇ ਤਾਈ ਤਾਂ ਉਹ ਤੇਲ ਠੰਡਾ ਹੋ ਗਿਆ। ਪਾਵਕ ਤੇਜ ਨਾ ਛੋਹੇ ਸਕਾ। ਜਿਹੜਾ ਅੱਗ ਦਾ ਤੇਜ ਸੇਕ ਸੀ ਨਾ, ਸਾੜ, ਉਹ ਮਰਦਾਨੇ ਦੇ ਸਰੀਰ ਦਾ ਕੋਈ ਨੁਕਸਾਨ ਨਹੀਂ ਕਰ ਸਕਿਆ ਹੈ। ਜਿਉ ਹਿਮ ਰੁੱਤ ਕੋ ਤੋਏ। ਜਿਸ ਤਰੀਕੇ ਦੇ ਨਾਲ ਸੋ ਸਰਦ ਰੁੱਤ ਵਿੱਚ ਪਾਣੀ ਠੰਡਾ ਹੁੰਦਾ ਹੈ, ਇਉਂ ਮਰਦਾਨਾ ਤਾਂ ਹੈ ਜਿਸ ਤਰ੍ਹਾਂ ਠੰਡੇ ਪਾਣੀ 'ਚ ਇਸ਼ਨਾਨ ਕਰਦਾ, ਇਉਂ ਚੁੱਭੀਆਂ ਲਾਈਆਂ ਉਹਨੇ। ਚਉਪਈ ਨਿਜ ਸਰੂਪ ਗੁਰ ਤਬਹਿ ਦਿਖਾਇਆ। ਜਿਸ ਵੇਲੇ ਸੋ ਕੜਾਹਾ ਠੰਡਾ ਹੋ ਗਿਆ ਤੇ ਸਾਹਿਬ ਗੁਰੂ ਨਾਨਕ ਸਾਹਿਬ ਇਸ ਰਾਖਸ਼ ਦੇ ਸਾਹਮਣੇ ਹੋ ਗਏ। ਦੇਖਤ ਰਾਖਸ਼ ਵਾਕ ਅਲਾਇਆ। ਤੇ ਜਿਸ ਵੇਲੇ ਗੁਰੂ ਸਾਹਿਬ ਨੂੰ ਤੱਕਿਆ ਨਾ, ਤੇ ਉਸ ਰਾਖਸ਼ ਨੇ ਸਤਿਗੁਰੂ ਪਾਤਸ਼ਾਹ ਨੇ ਉਹ ਬਚਨ ਕੀਤਾ, ਕਹਿੰਦਾ ਹੈ
ਦੇਖਤ ਬਚਨਾ ਕੌਣ ਕਿਉ ਭਾਖਿਓ ਮਹਿ ਕੀਨੀ ਦੇਰਾ। ਇਸ ਪ੍ਰਕਾਰ ਸੋ ਜਿਸ ਵੇਲੇ ਸੋ ਇਸ ਪ੍ਰਕਾਰ ਗੁਰੂ ਪਾਤਸ਼ਾਹ ਜੀ ਨੇ ਦਿਖਾਲੀ ਦਿੱਤੀ ਹੈ ਤੇ ਇਸ ਪ੍ਰਕਾਰ ਸੋ ਉਹ ਜਿਹੜਾ ਰਾਖਸ਼ ਸੀ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਤੇ ਇਉਂ ਕਹਿੰਦਾ ਹੈ ਜੀ, ਕੋ ਹੈ ਤੂੰ ਕਹਤੇ ਚੱਲ ਆਇਓ। ਕਹਿੰਦਾ ਤੂੰ ਕੌਣ ਹੈ, ਕਿੱਥੋਂ ਚੱਲ ਕੇ ਆ ਗਿਆ ਹੈ ਤੂੰ। ਤਪਤ ਕਰਾਹਾ ਜਿਨ ਸੀਤ ਲਾਇਓ। ਮੇਰਾ ਤਪਦਾ ਤੇਲ ਦਾ ਕੜਾਹਾ ਠੰਡਾ ਕਰ ਦਿੱਤਾ, ਕੌਣ ਹੈ ਤੂੰ? ਕਿਉਂਕਿ ਇਹਨੇ ਤੇ ਆਪਣੀ ਬੋਲੀ ਰਾਖਸ਼ ਜੋ ਸੀ, ਅਜੇ ਇਹਨੂੰ ਪਤਾ ਨਹੀਂ ਹੈ। ਇਸ ਤਰੀਕੇ ਨਾਲ ਬਚਨ ਬੋਲਿਆ ਹੈ, ਬਿਗਸੇ ਸ੍ਰੀ ਮੁਖ ਬਚਨ ਬਖਾਨਾ। ਤੇ ਮੇਰੇ ਸਤਿਗੁਰੂ ਜੀ ਮੁਸਕਰਾਏ ਨੇ, ਹੱਸ ਕੇ ਬਚਨ ਕੀਤਾ ਸਤਿਗੁਰੂ ਨਾਨਕ ਸਾਹਿਬ ਜੀ ਨੇ। ਕੌਡਾ ਕਰ ਤੂੰ ਇਹ ਕੋ ਖਾਨਾ। ਮਹਾਰਾਜ ਕਹਿੰਦੇ ਕੌਡੇ, ਕਹਿੰਦੇ ਤੂੰ ਭਾਈ ਤੇਰਾ ਖਾ ਜਾ, ਤੂੰ ਖਾ ਇਹਨੂੰ, ਖਾਂਦਾ ਕਿਉਂ ਨਹੀਂ ਹੈ? ਕਿਉ ਭਖਨ ਮਹਿ ਕੀਨੀ ਦੇਰਾ। ਤੂੰ ਦੱਸ, ਤੂੰ ਸ਼ਿਕਾਰ ਫੜਿਆ ਤੇ ਹੁਣ ਖਾਣ 'ਚ ਦੇਰ ਕਿਉਂ ਕੀਤੀ? ਖਾ ਇਹਨੂੰ, ਖਾਂਦਾ ਕਿਉਂ ਨਹੀਂ? ਬਿਨਾ ਤਲੇ ਭਖ ਭੋਜਨ ਤੇਰਾ। ਤੂੰ ਤਲਣ ਤੋਂ ਬਿਨਾ ਵੀ ਇਹ ਤੇਰਾ ਖਾਜਾ ਹੈ, ਤੂੰ ਤਾਂ ਹੁਣ ਖਾਣਾ ਹੀ ਹੈ। ਜੰਗਲ ਵਿੱਚ ਹੈ, ਰਾਖਸ਼ ਹੈ ਤੂੰ ਤੇ ਇਉਂ ਹੀ ਖਾਣਾ ਹੈ। ਇਹ ਤਾਂ ਮਾਸ ਦਾ ਲੋਥੜਾ ਸਮਝ ਕਰਕੇ ਖਾ ਤੂੰ ਇਹਨੂੰ। ਬਿਸਮਿਓ ਰਾਖਸ਼ ਵਾਕ ਉਚਾਰਾ। ਤੇ ਇਹ ਰਾਖਸ਼ ਹੈਰਾਨ ਹੋ ਗਿਆ ਤੇ ਕਹਿੰਦਾ ਹੈ ਬਚਨ ਮਹਾਰਾਜ ਨੂੰ, ਤੁਮ ਕਿਉ ਜਾਣਤ ਨਾਮ ਹਮਾਰਾ। ਕਹਿੰਦਾ ਜੀ ਗੱਲ ਇਹ ਹੈ ਭਈ ਪਹਿਲੀ ਵਾਰ ਤੁਹਾਡਾ ਮੇਲ ਹੋਇਆ, ਮੇਰਾ ਨਾਮ ਕਿੱਦਾਂ ਜਾਣਦੇ ਤੁਸੀਂ? ਪੂਰਬ ਕਬਹਿ ਨਾ ਮਿਲਣਾ ਭਇਓ। ਪਹਿਲਾਂ ਕਦੇ ਆਪਣਾ ਮਿਲਾਪ ਹੋਇਆ ਹੀ ਨਹੀਂ ਤੇ ਤੁਸੀਂ ਮੇਰਾ ਨਾਮ ਕਿੱਦਾਂ ਜਾਣਦੇ ਹੋ? ਅਬਹਿ ਸਰੂਪ ਬਲੋਕਿਓ ਨਇਓ। ਤੁਹਾਡਾ ਮੈਂ ਨਵਾਂ ਹੀ ਰੂਪ ਦੇਖਿਆ ਮਹਾਰਾਜ, ਅੱਗੇ ਕਦੇ ਤੱਕਿਆ ਨਹੀਂ ਹੈ। ਦੋਹਰਾ ਅਸ ਪ੍ਰਕਾਰ ਮੁਖ ਕਹਿਤ ਹੀ। ਇਸ ਤਰੀਕੇ ਦੇ ਨਾਲ ਮੁਖ ਤੋਂ ਕਹਿੰਦਿਆਂ ਇਸਨੇ ਉਪਜਿਓ ਪੂਰਬ ਗਿਆਨ। ਇਸ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਾ ਪ੍ਰਭਾਵ ਹੋਇਆ, ਇਸ ਨੂੰ ਆਪਣੇ ਜਨਮ ਦਾ ਪਹਿਲਾ ਜਿਹੜਾ ਸੀ ਗਿਆਨ ਹੋ ਗਿਆ ਇਸ ਦੇ ਤਾਈ। ਦਰਸ਼ਨ ਕੇ ਪ੍ਰਤਾਪ ਤੇ। ਸਤਿਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦਾ ਇਹ ਪ੍ਰਭਾਵ ਹੋਇਆ ਇਸ ਦੇ ਤਾਈ। ਭਈ ਸਰਾਪ ਕੀ ਹਾਨ। ਇਹਨੂੰ ਸਰਾਪ ਹੋਇਆ ਸੀ, ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ, ਇਸ ਦਾ ਸਰਾਪ ਜਿਹੜਾ ਸੀ ਉਹ ਦੂਰ ਹੋ ਗਿਆ, ਇਸ ਨੂੰ ਹੋਸ਼ ਆ ਗਈ ਹੈ। ਚਉਪਈ ਸੁਧ ਕੋ ਪਾਏ ਮੁਕਰ ਨਿਜ ਲਿਆਇਓ। ਤੇ ਜਿਸ ਵੇਲੇ ਇਸ ਨੂੰ ਹੋਸ਼ ਆਈ ਤੇ ਝਟ ਗਿਆ ਹੈ ਜਿੱਥੇ ਨੇ ਆਪਣਾ ਆਸਣ ਬਣਾਇਆ ਸੀ, ਉਹ ਤੋਂ ਇੱਕ ਸ਼ੀਸ਼ਾ ਲਿਆਂਦਾ ਚੱਕ ਕੇ ਇਸਨੇ। ਸ੍ਰੀ ਗੁਰ ਆਗੇ ਧਰ ਦਿਖਰਾਇਓ। ਸਾਹਿਬ ਗੁਰੂ ਨਾਨਕ ਸਾਹਿਬ ਦੇ ਸਨਮੁਖ ਲਿਆਣ ਕਰਕੇ ਸ਼ੀਸ਼ਾ ਦਿਖਾਇਆ ਗੁਰੂ ਸਾਹਿਬ ਨੂੰ। ਜਬ ਪ੍ਰਤ ਬਿੰਬ ਦੇਖ ਮੁਖ ਕੇਰਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਸ਼ੀਸ਼ੇ ਵਿੱਚ ਮੁਖ ਦਾ ਦਰਸ਼ਨ ਕੀਤਾ ਇਸਨੇ, ਪਰਿਓ ਚਰਨ ਪਰ ਹੋਵੇ ਬਿਨ ਦੇਰਾ। ਫਿਰ ਝਟ ਹੀ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ ਇਸਨੇ, ਡੰਡੌਤ ਕੀਤੀ ਗੁਰੂ ਦੀ ਹਜ਼ੂਰੀ ਵਿੱਚ। ਕਰ ਬੰਧਨ ਹੋਇਓ ਪੁਨ ਠਾਂਡਾ। ਮਨ ਨਮਸਕਾਰ ਕਰਕੇ ਹੱਥ ਜੋੜ ਕੇ ਖੜਾ ਹੋ ਗਿਆ ਗੁਰੂ ਚਰਨਾਂ ਵਿੱਚ। ਮਨ ਅਨਰਾਗ ਅਦਕ ਜਿਹ ਬਾਡਾ। ਜਿਸ ਦੇ ਮਨ ਵਿੱਚ ਬਹੁਤ ਹੀ ਪ੍ਰੇਮ ਵਧਿਆ ਹੈ। ਬੰਦ ਹਾਥ ਦਵੈ ਗੁਰੂ ਅਗਾਰੀ। ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਗਦ ਗਦ ਗਿਰਾ ਹਰਖ ਉਰ ਭਾਰੀ। ਕਹਿੰਦੇ ਬਹੁਤ ਮਨ ਖੁਸ਼ ਹੋ ਗਿਆ, ਬਾਣੀ ਕੰਠ ਰੁਕ ਗਿਆ, ਇਤਨੀ ਖੁਸ਼ੀ ਹੋਈ ਇਸ ਨੂੰ। ਕਮਲ ਬਦਨ ਬੂਝਤ ਤਿਹ ਤਾਈ। ਕਮਲ ਸਰੀਖੇ ਮੁਖ ਵਾਲੇ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਹਨ, ਬ੍ਰਿਥਾ ਆਪਣੀ ਦੇਹੋ ਬਤਾਈ। ਮਹਾਰਾਜ ਕਹਿੰਦੇ ਭਈ ਦੱਸ ਭਾਈ ਤੇਰੀ ਕੀ ਕਹਾਣੀ ਹੈ, ਤੇਰੀ ਬਿਰਥਾ ਹਾਲਤ ਕੀ ਹੈ, ਦੱਸ ਸਾਨੂੰ। ਪੂਰਬ ਦੇਹੋ ਰਜਾਏ ਗੁਣ ਮੰਦਰ। ਤੋ ਕਹਿਣ ਲੱਗਾ ਮਹਾਰਾਜ ਪਹਿਲੇ ਹੇ ਗੁਣਾਂ ਦੇ ਖਜ਼ਾਨੇ, ਪਹਿਲਾਂ ਮੈਨੂੰ ਇੱਕ ਆਗਿਆ ਦਿਓ ਜੀ। ਆਨੋ ਭੇਟ ਮਦਰ ਫਲ ਸੁੰਦਰ। ਮਹਾਰਾਜ ਜੰਗਲ ਹੈ, ਇਸ ਜੰਗਲ ਵਿੱਚੋਂ ਮਿੱਠੇ ਮਿੱਠੇ ਫਲ ਮੈਂ ਲਿਆ ਕਰਕੇ ਤੁਹਾਡੀ ਪਹਿਲਾਂ ਭੇਟਾ ਕਰਾਂ ਮਹਾਰਾਜ, ਮਹਾਨ ਕਿਰਪਾ ਕੀਤੀ ਹੈ। ਬਹੁਰੋ ਉਚਰੋਂ ਆਪਣੀ ਗਾਥਾ। ਫਿਰ ਮੈਂ ਆਪਣੀ ਸਾਰੀ ਕਥਾ ਕਹਾਣੀ ਤੁਹਾਨੂੰ ਸੁਣਾਉਂਦਾ ਹਾਂ ਜੀ। ਜਿਸ ਪ੍ਰਕਾਰ ਬੀਤੀ ਮੁਝ ਸਾਥਾ। ਜਿਸ ਤਰੀਕੇ ਨਾਲ ਮਹਾਰਾਜ ਮੇਰੇ ਨਾਲ ਗੁਜ਼ਰੀ ਹੈ, ਮੇਰੇ ਨਾਲ ਬੀਤੀ ਹੈ, ਉਹ ਤੁਹਾਨੂੰ ਸੁਣਾਉਂਦਾ ਹਾਂ। ਆਇਸ ਪਾਏ ਗਇਓ ਬਨ ਮਾਹੀ। ਤੋ ਗੁਰੂ ਸਾਹਿਬ ਦੀ ਆਗਿਆ ਲੈ ਕੇ ਜੰਗਲ ਵਿੱਚ ਚਲਾ ਗਿਆ। ਜਿਹ ਠਾਂ ਸੁਫਲੇ ਬਿਪਟ ਸੁਹਾਹੀ। ਜਿਸ
ਇਸ ਥਾਂ ਤੇ ਸੋਹਣੇ ਸੋਹਣੇ ਬਿਟਪ ਦਰਖਤ ਜਿਹੜੇ ਖੜੇ ਸਨ ਜੰਗਲ ਵਿੱਚ, ਬੀਨ ਬੀਨ ਕੈ ਮਧੁਰੇ ਆਨੇ, ਇਹਨੇ ਚੁਣ ਚੁਣ ਕਰਕੇ ਮਿੱਠੇ ਮਿੱਠੇ ਸੋਹਣੇ ਪੱਕੇ ਹੋਏ ਫਲ ਲਿਆਂਦੇ ਹਨ। ਜਿਨਹਿ ਦੇਖ ਮਨ ਲਲਚਾਨੇ, ਜਿਹਨਾਂ ਫਲਾਂ ਨੂੰ ਦੇਖ ਕਰਕੇ ਜਿਹੜੇ ਰਿਸ਼ੀ ਮੁਨੀ ਜੰਗਲਾਂ 'ਚ ਰਹਿੰਦੇ ਨੇ, ਦੇਖ ਕੇ ਮਨ ਲਾਲਚੀ ਹੋ ਜਾਂਦਾ ਖਾਣ ਵਾਸਤੇ। ਸਰਬ ਧਰੇ ਜਬ ਗੁਰੂ ਅਗਾਰੀ, ਇਸ ਨੇ ਫਲ ਲਿਆਣ ਕੇ ਤੋੜ ਕੇ ਗੁਰੂ ਸਾਹਿਬ ਦੇ ਲਾਗੇ ਸਾਹਮਣੇ ਮੂਹਰੇ ਰੱਖ ਦਿੱਤੀ ਭੇਟਾ ਗੁਰੂ ਸਾਹਿਬ ਦੇ। ਬਿਗਸ ਬਦਨ ਤੇ ਗਿਰਾ ਉਚਾਰੀ, ਹੱਸ ਕਰਕੇ ਬਚਨ ਕੀਤੇ ਗੁਰੂ ਸਾਹਿਬ ਜੀ ਨੇ। ਮਰਦਾਨਾ ਆਪਣਾ ਗੁਰ ਮੰਨ ਹੋ, ਤੇ ਕਹਿਣ ਲੱਗੇ ਠੀਕ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼। ਔਰ ਦੇਖੋ ਇਹ ਰਾਖਸ਼ ਹੈ, ਦੈਂਤ ਬੁੱਧੀ ਹੈ, ਪਰ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਕੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ, ਦੇਵਤਿਆਂ ਵਰਗੀ ਬੁੱਧ ਬਣਾ ਦਿੱਤੀ ਹੈ। ਕਹਿੰਦਾ ਮਹਾਰਾਜ ਭਿਓ ਨੇ ਪਹਿਲਾਂ ਮੇਰੀ ਭੇਟਾ ਕਮੂ ਭੇਟਾ ਲਿਆ, ਗੁਰੂ ਸਾਹਿਬ ਕੋਲ ਭੇਟਾ ਰੱਖੀ ਹੈ, ਗੁਰੂ ਚਰਨਾਂ ਵਿੱਚ ਫਲ ਹਾਜ਼ਰ ਕੀਤੇ ਹਨ, ਤੇ ਇਸ ਤਰੀਕੇ ਦੇ ਨਾਲ ਬੇਨਤੀਆਂ ਕਰਦਾ ਹੈ। ਫਲ ਧਾਰੇ ਆਗੇ ਬੰਧਨ ਠਾਨੋ ਹੋ, ਤੋ ਇਸ ਪ੍ਰਕਾਰ ਕਹਿੰਦੇ ਨੇ ਮੱਥੇ ਮਹਾਰਾਜ ਦੇ ਅੱਗੇ ਫਲ ਰੱਖ ਕੇ ਇਹਨੇ ਨਮਸਕਾਰ ਕੀਤੀ ਹੈ। ਪੂਜਾ ਕੀਜਹਿ ਹੋਏ ਉਦਾਰਾ, ਇਸ ਪ੍ਰਕਾਰ ਗੁਰੂ ਸਾਹਿਬ ਜੀ ਦੀ ਪੂਜਾ ਕੀਤੀ ਹੈ, ਤੇ ਜਿਸ ਤਰੀਕੇ ਨਾਲ ਕਹਿੰਦਾ ਮੇਰਾ ਉਧਾਰ ਹੋ ਜਾਵੇ। ਸੁਨ ਕੌਡੇ ਪੁਨ ਬਚਨ ਉਚਾਰਾ, ਤੋ ਸੁਣ ਕਰਕੇ ਬਚਨ ਕੀਤਾ ਹੈ। ਸੀਸ ਮੁਕਟ ਅਬ ਹੈ ਇਹ ਮੇਰਾ, ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ, ਜਦੋਂ ਫਲ ਰੱਖ ਦਿੱਤੇ ਨਮਸਕਾਰ ਕਰਕੇ ਬੈਠ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਕੌਡੇ ਹੁਣ ਇੰਜ ਕਰ, ਇਸ ਮਰਦਾਨੇ ਨੂੰ ਆਪਣਾ ਹੁਣ ਤੋਂ ਪੂਜਨੀਕ ਮੰਨ, ਤੇਰਾ ਉਸਤਾਦ ਹੈ। ਇੱਥੇ ਜਾਣੀ ਲਿਖਿਆ ਵੀ ਗੁਰੂ ਮੰਨ, ਪਰ ਇਹ ਗੁਰੂ ਜੋ ਗੁਰੂ ਨਾਨਕ ਸਾਹਿਬ ਦੀ ਗੁਰੂ ਪਦਵੀ ਹੈ ਸੋ ਕਲਿਆਣਕਾਰੀ, ਤੋ ਇਹ ਗੁਰੂ ਇਹ ਭਾਵ ਨਹੀਂ, ਇਹ ਗੁਰੂ ਉਥੋਂ ਭਾਵ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਮੰਜੀ ਬਖਸ਼ਿਸ਼ ਕੀਤੀ ਹੈ। ਰਾਜੇ ਸ਼ਿਵਨਾਭ ਨੂੰ ਗੁਰਮੁਖਤਾਈ ਦੀ ਮੰਜੀ ਦੇ ਕੇ ਆਏ ਨੇ, ਤੂੰ ਹੁਣ ਸਿੱਖੀ ਦਾ ਪ੍ਰਚਾਰ ਕਰਨਾ, ਨਾਮ ਸਿਮਰਨ ਕਰਾਇਆ ਕਰਨਾ ਸੰਗਤਾਂ ਦੇ ਕੋਲ। ਤੋ ਕਿਹਾ ਕੌਡੇ ਰਾਖਸ਼ ਹੁਣ ਇਹ ਮਰਦਾਨਾ ਜਿਹੜਾ ਹੈ ਇਹ ਤੇਰਾ ਉਸਤਾਦ ਹੈ, ਇਹ ਤੇਰਾ ਗੁਰਮੁਖ ਨਾਮਦਾਤਾ ਹੈ, ਇਹ ਹੁਣ ਤੇਰਾ ਕਲਿਆਣ ਕਰੂ। ਭਾਵ ਸੀ ਕਿ ਜਿਸ ਨੂੰ ਤੂੰ ਤਲ ਕੇ ਖਾਣਾ ਚਾਹੁੰਦਾ ਸੀ ਇਹੋ ਹੀ ਤੇਰੀ ਹੁਣ ਕਲਿਆਣ ਕਰੂ, ਤੈਨੂੰ ਮੁਕਤੀ ਇਹੀ ਦੇਵੇਗਾ। ਜਾ ਕੇ ਮਿਲੇ ਆਨੰਦ ਕਨੇਰਾ, ਜਿਸ ਦੇ ਮਿਲਣ ਦੇ ਨਾਲ ਤੈਨੂੰ ਭਾਰੀ ਆਨੰਦ ਸੁਖ ਮਿਲਿਆ ਹੈ। ਹਰਖਤ ਹੋਵੇ ਬੋਲਿਓ ਮਰਦਾਨਾ, ਮਰਦਾਨਾ ਬੜਾ ਖੁਸ਼ ਹੋ ਕਰਕੇ ਬਚਨ ਕਰਦਾ ਹੈ। ਸਭ ਪ੍ਰਾਪਤ ਮੁਝੇ ਗਤ ਦਾਨਾ, ਕਹਿੰਦਾ ਸਤਿਗੁਰੂ ਪਾਤਸ਼ਾਹ ਸਭ ਕੁਝ ਮੈਨੂੰ ਪ੍ਰਾਪਤ ਹੋਇਆ ਹੈ ਜੀ ਆਪ ਕੋਲੋਂ। ਬਖਸ਼ੋ ਖਤਾ ਕੀਨ ਮੈਂ ਭਾਰੀ, ਗਰੀਬ ਨਵਾਜ ਕਿਰਪਾ ਕਰੋ, ਮੈਂ ਗਲਤੀ ਭੁੱਲ ਕੀਤੀ ਹੈ। ਇਹ ਬੜਾ ਸੁੰਦਰ ਕਟਾਖ ਹੈ ਇਸ ਪ੍ਰਕਾਰ ਇਸ ਪ੍ਰਸੰਗ ਦਾ। ਗੁਰੂ ਨਾਨਕ ਸਾਹਿਬ ਜੀ ਮਰਦਾਨੇ ਨੂੰ ਵਡਿਆਈ ਦੇ ਰਹੇ ਨੇ ਕਿ ਕੌਡੇ ਰਾਖਸ਼ ਇਹ ਤੇਰਾ ਉਸਤਾਦ, ਤੇਰਾ ਗੁਰੂ ਹੈ, ਜਿਹਦੇ ਮਿਲਣ ਦੇ ਨਾਲ ਤੇਰੀ ਰਾਖਸ਼ ਬੁੱਧੀ ਬਦਲੀ ਹੈ। ਤੇ ਮਰਦਾਨਾ ਕਹਿ ਰਿਹਾ ਸਤਿਗੁਰੂ ਪਾਤਸ਼ਾਹ ਜੀ ਸੋ ਸਭ ਕੁਝ ਮੈਨੂੰ ਪਹੁੰਚ ਗਿਆ ਜੋ ਤੁਸੀਂ ਕਿਰਪਾ ਕੀਤੀ ਹੈ, ਪਰ ਕਿਰਪਾ ਕਰੋ ਮੈਂ ਤੁਹਾਡਾ ਬਚਨ ਨਹੀਂ ਮੰਨਿਆ, ਮੇਰੇ ਕੋਲ ਭੁੱਲ ਹੋ ਗਈ, ਮੈਨੂੰ ਮਾਫੀ ਬਖਸ਼ੋ। ਮਰਦਾਨਾ ਗੁਰੂ ਨਾਨਕ ਵਿੱਚ ਉਹੀ ਸਿਦਕ ਰੱਖ ਰਿਹਾ ਹੈ, ਸਿੱਖੀ ਵਾਲਾ ਹੀ, ਤੇ ਗੁਰੂ ਸਾਹਿਬ ਵਡਿਆਈ ਦੇ ਰਹੇ ਨੇ ਕਿ ਤੂੰ ਭਾਈ ਇਸ ਨੂੰ ਤਾਰਨਹਾਰ ਹੈ। ਮੇਟਨ ਕਰੀ ਰਜਾਏ ਤੁਮਾਰੀ, ਗਰੀਬ ਰਾਜ ਮੈਂ ਤੁਹਾਡਾ ਹੁਕਮ ਨਹੀਂ ਮੰਨਿਆ ਹੈ, ਮੇਰੀ ਭੁੱਲ ਹੈ, ਮੈਨੂੰ ਬਖਸ਼ ਲਓ। ਨਿਜ ਪ੍ਰਸੰਤਾ ਮੋਹ ਪਰ ਕੀਜੈ, ਕਿਰਪਾ ਕਰੋ ਗਰੀਬ ਨਵਾਜ, ਸੋ ਮੇਰੇ ਤੇ ਆਪਣੀ ਖੁਸ਼ੀ ਕਰੋ ਜੀ। ਸਦਾ ਸੰਗ ਅਬ ਮੁਝੇ ਰਖੀਜੈ, ਤੇ ਮਿਹਰ ਕਰੋ ਮਹਾਰਾਜ ਮੈਂ ਨਹੀਂ ਹੁਣ ਕਿਤੇ ਵੀ ਜਾਣਾ, ਸਦਾ ਮੈਨੂੰ ਆਪਣੇ ਚਰਨਾਂ ਦੇ ਨਾਲ ਹੀ ਰੱਖੋ ਜੀ। ਸ੍ਰੀ ਮੁਖ ਕਹੈ ਸਦਾ ਸੋ ਪ੍ਰਸੰਨਾ, ਮਹਾਰਾਜ ਸਤਿਗੁਰੂ ਜੀ ਕਹਿਣ ਲੈ ਮਰਦਾਨੇ ਤੂੰ ਸਦਾ ਹੀ ਖੁਸ਼ ਰਹੇਗਾ। ਤੂੰ ਸੰਗ ਰਹੋ ਸਦਾ ਸੁਖ ਮੰਨਾ, ਤੋ ਤੂੰ ਸੁਖ ਮੰਨ ਕੇ ਸਦਾ ਹੀ ਸਾਡੇ ਨਾਲ ਹੀ ਰਹੋ ਤੂੰ। ਸ਼ੁਦਾ ਲੱਗੀ ਹੋਵੇ ਹੈ ਤੁਝ ਤਾਈ, ਠੀਕ ਹੈ ਮਰਦਾਨੇ ਤੈਨੂੰ ਭੁੱਖ ਲੱਗੀ ਹੋਣੀ ਹੈ, ਇੰਜ ਕਰ ਖਾਹੋ ਮਦਰ ਫਲ ਕੋ ਤ੍ਰਿਪਤਾਈ, ਆ ਦੇਖੋ ਮਿੱਠੇ ਮਿੱਠੇ ਫਲ ਆਏ ਨੇ, ਤਾਂ ਇਹਨਾਂ ਨੂੰ ਛਕੋ, ਆਪਣਾ ਪੇਟ ਭਰੋ, ਭੁੱਖ ਦੂਰ ਕਰੋ। ਮੈਂ ਆਇਸ ਲੈ ਕਰ ਤਿਹ ਕਾਲਾ, ਤੋ ਆਗਿਆ ਲੈ ਕੇ ਗੁਰੂ ਸਾਹਿਬ ਦੀ ਭਾਈ ਬਾਲਾ ਜੀ ਕਹਿੰਦੇ ਨੇ ਫਿਰ ਜੇ ਫਲ ਸੁੰਦਰ ਮਦਰ ਵਿਸਾਲਾ, ਬੜੇ ਮਿੱਠੇ ਸੋਹਣੇ ਜੋ ਫਲ ਸਨ, ਧਰੇ ਗੁਰੂ ਆਗੇ ਰਸ ਪੂਰੇ, ਬੜੇ ਰਸ ਦੇ ਭਰੇ ਹੋਏ ਫਲ ਸਨ, ਗੁਰੂ ਮੂਹਰੇ ਗੁਰੂ ਸਾਹਿਬ ਦੇ ਸਾਹਮਣੇ ਰੱਖੇ ਹੋਏ ਸਨ। ਪੁਨ ਮਰਦਾਨੇ ਕੋ ਦੀਏ ਰੂਰੇ, ਬੜੇ ਸੁੰਦਰ ਫਲ ਕਹਿੰਦੇ ਫਿਰ ਮੈਂ ਵਰਤਾਵਾ ਬਣ ਗਿਆ,
ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਸਾਹਿਬ ਦਾ ਬਚਨ ਮੰਨ ਕੇ ਭਾਈ ਮਰਦਾਨੇ ਨੂੰ ਫਲ ਦਿੱਤੇ, ਛਕਣ ਵਾਸਤੇ ਵੰਡਤੇ। ਨਿਜ ਆਹਾਰ ਮੈਂ ਲੀਨ ਬਹੋਰੀ। ਤੇ ਆਪਣਾ ਜਿਹੜਾ ਭੋਜਨ ਸੀ ਉਹਦੇ ਵਿੱਚ ਆਪਣਾ ਹਿੱਸਾ ਮੈਂ ਬਾਅਦ ਵਿੱਚ ਲਿਆ। ਅਚੇ ਮਧੁਰ ਜਿਨ ਸਾਧ ਨ ਥੋਰੀ। ਕਹਿੰਦੇ ਬੜੇ ਮਿੱਠੇ ਸਨ ਛਕੇ ਫਲ, ਕਹਿੰਦੇ ਬੜੇ ਸਵਾਦ ਸਨ। ਫਲ ਜੇ ਹੁਤੇ ਆਗੇ ਸੁਖਦਾਈ। ਜਿਹੜੇ ਧੰਨ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਹੁਣ ਫਲ ਰਹੇ ਸਨ, ਸੋ ਉਚਾਏ ਦੀਏ ਰਾਖਸ਼ ਤਾਈ। ਤੇ ਗੁਰੂ ਨਾਨਕ ਸਾਹਿਬ ਨੇ ਇਸ ਕੌਡੇ ਰਾਖਸ਼ ਨੂੰ, ਉਹ ਜਿਹੜਾ ਭੇਟਾ ਮਹਾਰਾਜ ਦੀ ਹਜ਼ੂਰੀ ਹਿੱਸਾ ਪਿਆ ਸੀ ਫਲਾਂ ਦਾ, ਉਹ ਮਹਾਰਾਜ ਨੇ ਕੌਡੇ ਰਾਖਸ਼ ਨੂੰ ਦਿੱਤੇ ਹਨ। ਜਬ ਕੌਡੇ ਕੀਏ ਮੁਖ ਮੈਂ ਪਾਵਨ। ਜਦੋਂ ਇਸ ਰਾਖਸ਼ ਨੇ ਸੋ ਇਸ ਪ੍ਰਕਾਰ ਮੁਖ ਵਿੱਚ ਸੋ ਪਾਏ ਫਲ ਛਕੇ ਹਨ, ਤਾਂ ਤਤ ਛਿਨ ਕਰੀ ਦੇਹ ਪਲਟਾਵਨ। ਤੋ ਕਹਿੰਦੇ ਝੱਟ ਇਸ ਨੇ ਆਪਣੀ ਦੇਹ ਪਲਟ ਲਈ। ਇਹ ਦੇਹ ਪਲਟਣ ਤੋਂ ਭਾਵ ਕੀ ਹੈ? ਇਸ ਤਰ੍ਹਾਂ ਦੇ ਨਾਲ ਦੱਸਿਆ ਹੈ ਕਿ ਜਿਹੜੇ ਜਦੋਂ ਆਰੀਅਨ ਲੋਕ ਜਿਹੜੇ ਨੇ ਈਰਾਨ ਵੱਲੋਂ ਇਹ ਚੱਲ ਕੇ ਆਏ ਸਨ ਭਾਰਤ ਦੇ ਵਿੱਚ, ਇਹ ਸਰੀਰ ਦੇ ਤਗੜੇ ਤੇ ਰੰਗ ਦੇ ਗੋਰੇ ਸਨ, ਸੁਡੌਲ ਸਨ। ਜਿਹੜੇ ਇੱਧਰ ਸਾਡੇ ਦੇਸੀ ਲੋਕ ਸਨ, ਭੀਲ ਤੇ ਗੌੜ ਜਾਤੀ ਦੇ ਲੋਕ ਸਨ, ਜਿਹਨਾਂ ਨੂੰ ਇਹਨਾਂ ਲੋਕਾਂ ਨੇ ਜਿੱਤ ਕਰਕੇ ਇਹਨਾਂ ਨੂੰ ਘਰੋਂ ਕੱਢ ਦਿੱਤਾ ਸੀ। ਇਹ ਲੋਕ ਜੰਗਲਾਂ 'ਚ ਰਹਿਣ ਲੱਗ ਪਏ। ਇਸ ਪ੍ਰਕਾਰ ਰੂਪ ਕੁਰੂਪ ਸਨ, ਤੇ ਇਸ ਤਰੀਕੇ ਦੇ ਨਾਲ ਸੋ ਸਮਾਂ ਵਿਚਾਰ ਕੇ ਇਹਨਾਂ ਨੇ ਫਿਰ ਬਹੁਤ ਨੁਕਸਾਨ ਕਰਨਾ। ਰਾਖਸ਼ ਬੁੱਧੀ ਬਣ ਗਈ, ਬੰਦੇ ਮਾਰਨੇ, ਲੁੱਟਣਾ, ਪੁੱਟਣਾ, ਖਾਣਾ। ਹੁਣ ਇਹਨਾਂ ਵਿੱਚੋਂ ਕਈ ਬੰਦੇ ਜਿਹੜੇ ਸੀ ਆਦਮਖੋਰ ਵੀ ਬਣ ਗਏ, ਬੰਦਿਆਂ ਨੂੰ ਮਾਰ ਕੇ ਖਾਣ ਵਾਲੇ। ਤੇ ਇਸ ਤਰੀਕੇ ਨਾਲ ਇਹਨਾਂ ਦੇ ਰੂਪ ਕਾਲੇ ਤੇ ਕੁਰੂਪ ਸਨ, ਕੁਝ ਆਦਮਖੋਰ ਹੋ ਚੁੱਕੇ ਸਨ। ਸੋ ਕਾਫੀ ਸਮੇਂ ਤੱਕ ਜੰਗਲ ਵਿੱਚ ਇਹ ਗੌੜ ਤੇ ਭੀਲ ਲੋਕ ਜਿਹੜੇ ਨੇ ਇਹ ਵੱਜਦੇ ਨੇ। ਇਹ ਉਹ ਜਿਹੜੇ ਇੱਧਰ ਦੇ ਦੇਸੀ ਲੋਕ ਸਨ, ਉਹ ਇਸ ਰੂਪ ਦੇ ਵਿੱਚ ਸਨ, ਜੰਗਲ ਵਾਸੀ ਹੋ ਕਰਕੇ। ਤੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਸੀ ਮਰਦਾਨ ਆਪਣਾ ਕੌਡਾ ਜਿਹੜਾ ਸੀ, ਇਸ ਤਰੀਕੇ ਦੇ ਨਾਲ ਇਹਦੀ ਰਾਖਸ਼ ਬੁੱਧੀ ਬਣੀ ਹੋਈ ਸੀ। ਤੇ ਇਹ ਲੋਕ ਜਿਹੜੇ ਨੇ ਮੇਰੇ ਬਜ਼ੁਰਗ ਫੌਜ ਵਿੱਚ ਸਨ ਗੋਰਿਆਂ ਦੇ ਟਾਈਮ ਤੇ। ਤਾਂ ਇਸ ਪ੍ਰਕਾਰ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਅਸੀਂ ਇਸ ਤਰੀਕੇ ਨਾਲ ਇਹ ਇੱਧਰ ਪੂਰਬ ਦੇ ਇਲਾਕੇ ਦੇ ਵਿੱਚ ਸਾਡੀ ਕਹਿੰਦੇ ਪਲਟਣ ਸੀ। ਤੇ ਸਾਡਾ ਇੱਕ ਫੌਜੀ ਜਵਾਨ ਕਹਿੰਦੇ ਨਾ, ਉਹ ਕੁਦਰਤੀ ਸੋ ਇੱਦਾਂ ਫਿਰਦਾ ਫਿਰਦਾ ਜੰਗਲ ਵੱਲ ਇਕੱਲਾ ਕਿਤੇ ਹੋ ਗਿਆ, ਤੇ ਉੱਥੇ ਜਿਹੜੇ ਇਹੋ ਜਿਹੇ ਜਾਂਗਲੀ ਲੋਕ ਸੀ ਉਹਨਾਂ ਨੇ ਪਕੜ ਲਿਆ। ਇਹ ਹਕੀਕਤ ਹੈ। ਥੋੜਾ ਚਿਰ ਹੋਇਆ ਮੇਰੇ ਬਜ਼ੁਰਗਾਂ ਨੂੰ ਚੜ੍ਹਾਈ ਕੀਤਿਆਂ ਨੂੰ, ਫੌਜ ਵਿੱਚ ਰਹੇ। 1937 ਦੇ ਭਰਤੀ ਸਨ ਉਹ। ਤੇ ਉਹ ਦੱਸਦੇ ਸਨ ਆਪਣੀ ਹੱਡ ਬੀਤੀ। ਤੇ ਕਹਿੰਦੇ ਸਾਡਾ ਇੱਕ ਬੰਦਾ ਜਿਹੜਾ ਸੀ ਨਾ, ਉਹ ਫੌਜੀ ਜਵਾਨ, ਉਹ ਕੱਲਾ ਹੋ ਗਿਆ। ਤੇ ਉਹ ਜਿਹੜੇ ਇਹੋ ਜਿਹੇ ਜਾਂਗਲੀ ਲੋਕ ਸੀ ਨਾ, ਉਹਨਾਂ ਨੇ ਉਹਨੂੰ ਫੜ ਲਿਆ। ਫੜ ਕੇ ਕਹਿੰਦੇ ਦੋ ਕੁ ਬੰਦਿਆਂ ਨੇ ਲਾ ਕਰਕੇ ਤੇ ਉਸ ਨੂੰ ਕੀਤਾ ਕੱਪੜੇ ਲਾ ਕੇ ਤੇ ਕੋ ਤੇਲ ਜਾਂ ਮਲਣਾ ਸ਼ੁਰੂ ਕਰ ਦਿੱਤਾ। ਤੇ ਕਹਿੰਦੇ ਅਸੀਂ ਦੇਖੀਏ ਭਲਾ ਕਰਦੇ ਕੀ ਹੈ। ਅਸੀਂ ਕਹਿੰਦੇ ਇਸ ਭਲੇਖੇ 'ਚ ਨਾ ਵੀ ਕੀ ਕਰਦੇ ਆ, ਵੀ ਬੰਦੇ ਹੀ ਨਹੀਂ ਨਾ। ਕਹਿੰਦੇ ਜਿਸ ਵੇਲੇ ਤੇਲ ਤੁਲ ਜਿਹਾ ਮਲਿਆ, ਕਹਿੰਦੇ ਇੱਕ ਬੰਦਾ ਆਇਆ ਸੀ ਕਰੂਪ ਜਿਹਾ, ਭੱਜਾ ਉਹਨੇ ਆਣ ਕੇ ਮਾਰਿਆ, ਚੱਕ ਮਾਰ ਕੇ ਤੇ ਮਾਸ ਤੋੜ ਕੇ ਖਾ ਗਿਆ। ਕਹਿੰਦੇ ਦੇਖਦਿਆਂ ਮਿੰਟਾਂ 'ਚ ਉਹਦਾ ਪਿੰਜਰ ਘਰੋੜਤਾ ਹੋਣਾ, ਕੱਚਾ ਹੀ ਖਾ ਗਏ ਉਹ ਬੰਦੇ। ਉਹ ਮੁੜ ਕੇ ਉਸ ਤੋਂ ਬਾਅਦ ਕਹਿੰਦੇ ਇਕੱਠੇ ਹੋ ਕਰਕੇ ਬੈਠੇ, ਜਿੱਦਾਂ ਸ਼ਰਾਬ ਸ਼ਰੂਬ ਜੀ ਪੀਣ ਲੱਗੇ ਕੁਛ। ਕਹਿੰਦੇ ਫੇਰ ਅਸੀਂ ਮਾਰ ਕੇ ਗੋਲੀਆਂ ਸਾਰੇ ਮਾਰ ਦਿੱਤੇ। ਇਹ ਮੇਰੇ ਬਜ਼ੁਰਗਾਂ ਦੀ ਅੱਖੀਂ ਦੇਖੀ ਕਹਾਣੀ ਹੈ। ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੇ ਬਹੁਤ ਵੱਡੇ ਜੰਗਲ ਸਨ। ਉਸ ਵੇਲੇ ਇਹ ਕੋਈ ਇਹੋ ਜਿਹਾ ਬੰਦਾ ਸੀ ਜਿਹੜਾ ਆਦਮਖੋਰ ਬੰਦੇ ਮਾਰ ਕੇ ਖਾਣ ਵਾਲਾ ਬਣਿਆ ਹੋਇਆ ਸੀ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ, ਤਾਂ ਇਸ ਦੀ ਜੋ ਦੇਹ ਬਦਲੀ, ਭਾਵ ਕਿ ਇਸ ਦੀ ਸੋਚ ਬਦਲ ਗਈ। ਉਹ ਬੰਦੇ ਮਾਰ ਕੇ ਖਾਣੇ, ਉਹ ਇਸ ਤਰੀਕੇ ਦੇ ਨਾਲ ਜਿਹੜਾ ਜ਼ੁਲਮ ਕਰਨਾ, ਉਹ ਸਾਰਾ ਕੁਝ ਬਦਲ ਕਰਕੇ ਇਹਦੀ ਵਿਚਾਰ ਸ਼ੁੱਧ ਹੋ ਗਈ। ਇੱਕ ਸੋਹਣੀ ਮਨੁੱਖੀ ਵਿਚਾਰ ਇਸ ਦੀ ਬਣ ਗਈ ਹੈ। ਸੁਰ ਸਰੂਪ ਹੋਵੇ ਉਸਤਤ ਠਾਨੀ। ਫਿਰ ਇਹ ਸੋਹਣਾ ਦੇਵਤਿਆਂ ਵਰਗਾ ਬਣ ਕੇ ਸਾਹਿਬ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ ਜੁੜ ਗਿਆ, ਮਹਿਮਾ ਕਰਦਾ ਗੁਰੂ ਸਾਹਿਬ ਜੀ ਦੀ। ਨਮੋ ਨਮੋ ਕਰਤਾ ਚਹੁਖਾਨੀ। ਤੋ ਇਸ ਪ੍ਰਕਾਰ ਹੈ ਚੌਂ ਖਾਣੀਆਂ ਦੇ ਮਾਲਕ ਜੀ, ਤੁਹਾਨੂੰ ਨਮਸਕਾਰ ਨਮਸਕਾਰ ਹੈ ਜੀ। ਨਿਰਗੁਣ ਸਰਗੁਣ ਤੋਰ ਸਰੂਪਾ। ਮਹਾਰਾਜ ਤੁਹਾਡਾ ਸਰੂਪ ਨਿਰਗੁਣ ਸਰਗੁਣ, ਨਿਰਗੁਣ ਵੀ ਤੁਸੀਂ ਹੋ ਤੇ ਸਰਗੁਣ ਵੀ ਤੁਸੀਂ ਹੋ ਜੀ। ਮਨ ਬਾਣੀ ਤੇ ਪਰੈ ਅਨੂਪਾ। ਤੋ ਮਹਾਰਾਜ ਤੁਹਾਡਾ ਸਰੂਪ ਜਿਹੜਾ ਉਪਮਾ ਤੋਂ ਰਹਿਤ ਹੈ, ਨਾ ਸਾਡੇ ਮਨ ਦੀ ਪਹੁੰਚ ਹੈ, ਮਨ ਤੋਂ ਵੀ ਪਰੇ ਹੈ। ਤੇ ਮੁਖ ਤੋਂ ਬੋਲ ਕਰਕੇ ਵੀ ਅਸੀਂ ਤੁਹਾਨੂੰ ਕਹਿ ਨਹੀਂ ਸਕਦੇ। ਮਨ ਤੇ ਬਾਣੀ ਤੋਂ ਪਰੇ ਤੁਹਾਡਾ ਸਰੂਪ ਹੈ ਜੀ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। हे ਮਹਾਰਾਜ ਤੁਸੀਂ ਸੁਆਮੀ ਮਾਲਕ ਹੋ, ਪਾਰ ਬ੍ਰਹਮ ਹੋ,
ਪਰਮੇਸ਼ਰ ਰੂਪ ਆਪ ਹੀ ਹੋ। ਮੋਰ ਨਮਾਮ ਨਮਾਮ ਨਮਾਮੀ। ਇਹ ਮੇਰੇ ਸਦ ਨਮਸਕਾਰ ਕਰਨੇ ਯੋਗ ਜੀ, ਮੇਰੀ ਬਾਰ-ਬਾਰ ਤੁਹਾਡੇ ਚਰਨਾਂ ਤੇ ਨਮਸਕਾਰ ਹੈ। ਇਹੋ ਸਤਿਗੁਰੂ ਪਾਤਸ਼ਾਹ ਦੀ ਸਿਫਤ ਕੀਤੀ ਹੈ। ਧੰਨ ਮੇਰੇ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਰਾਖਸ਼ਾਂ ਤੋਂ ਵੀ ਆਪਣਾ ਜਸ ਕਰਵਾਇਆ ਹੈ ਜੀ। ਭਗਤ ਵਛਲ ਦੀਨਨ ਦੁਖ ਭੰਜਨ। ਮਹਾਰਾਜ ਭਗਤਾਂ ਨੂੰ ਪ੍ਰੇਮ ਕਰਨ ਵਾਲੇ, ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਤੁਸੀਂ ਆਪ ਸਮਰੱਥ ਹੋ ਜੀ। ਜੈ 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 ਮਨ ਜਨ ਮਨ ਰੰਜਨ। ਤੋ ਜਿਹੜੇ ਮੁਨੀ ਲੋਕ ਨੇ, ਜਨ ਸੇਵਕ ਸੰਤ ਲੋਕ ਨੇ, ਉਹਨਾਂ ਦੇ ਮਨ ਨੂੰ ਰੰਜਨ ਖੁਸ਼ ਕਰਨ ਵਾਲੇ ਹੋ। ਐਸੇ ਪਰਮੇਸ਼ਰ ਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਹੋ। ਸੰਤ ਵਿਰੋਧਨ ਕੋ ਨਿਤ ਘਾਇਲ ਘਾਲਕ। ਮਹਾਰਾਜ ਜਿਹੜੇ ਸੰਤਾਂ ਦੇ ਵਿਰੋਧੀ ਨੇ, ਨਿਤ ਉਹਨਾਂ ਦਾ ਘਾਲ ਵਿਨਾਸ਼ ਕਰਨ ਵਾਲੇ ਸਮਰੱਥ ਆਪ ਜੀ ਹੋ। ਧਰਮ ਸੇਤ ਜਗ ਮਹਿ ਪ੍ਰਤਪਾਲਕ। ਮਹਾਰਾਜ ਧਰਮ ਰੂਪ ਸੇਤ ਪੁਲ ਦੁਨੀਆ ਵਿੱਚ ਪਾਲਣ ਵਾਲੇ, ਜਿਸ ਧਰਮ ਰੂਪ ਪੁਲ ਨੂੰ ਧਾਰਨ ਕਰਕੇ ਜੀਵ ਭਵਜਲ ਤੋਂ ਪਾਰ ਹੋ ਜਾਂਦੇ ਹਨ। ਪੁਨ ਬੰਧਨ ਤਵ ਪਦ ਭਗਵੰਤਾ। हे ਮਹਾਰਾਜ, ਤੁਸੀਂ ਭਗਵੰਤ ਰੂਪ ਹੋ। ਤੁਹਾਡੇ ਚਰਨਾਂ ਤੇ ਮੇਰੀ ਨਮਸਕਾਰ ਹੈ ਜੀ। ਸੁਨਹੁ ਭਇਓ ਜਿਵ ਮਮ ਵਰਤੰਤਾ। ਕਿਰਪਾ ਕਰੋ ਮਹਾਰਾਜ, ਲਓ ਜੀ ਮੇਰੇ ਨਾਲ ਜੋ ਇਸ ਪ੍ਰਕਾਰ ਗੁਜ਼ਰਿਆ ਹੈ, ਤਾਂ ਉਹ ਮੇਰਾ ਪ੍ਰਸੰਗ ਜਿਹੜਾ ਸਰਵਣ ਕਰੋ। ਤੁਮ ਅੰਤਰ ਜਾਮੀ ਸਭ ਜਾਨੋ। ਤੁਸੀਂ ਜਾਣੀ ਜਾਣ ਅੰਤਰਜਾਮੀ, ਤੁਸੀਂ ਤਾਂ ਸਭ ਕੁਝ ਜਾਣਦੇ ਹੋ ਜੀ, ਤਾਂ ਹੀ ਤਾਂ ਮੇਰੇ ਤੇ ਕਿਰਪਾ ਕੀਤੀ ਹੈ। ਤਦਪ ਨਿਰਦੇਸ਼ ਹੈ ਮਨ ਬਖਾਨੋ। ਪਰ ਫਿਰ ਵੀ ਨਿਰਦੇਸ਼ ਹੈ ਮਾਨ, ਤੁਹਾਡੀ ਆਗਿਆ ਮੰਨ ਕੇ ਫਿਰ ਵੀ ਮੈਂ ਦੱਸਦਾ ਹਾਂ। ਤੁਸੀਂ ਕਿਹਾ ਵੀ ਤੈਨੂੰ ਕੀ ਹੋਇਆ ਸੀ, ਦੱਸ, ਤਾਂ ਮੈਂ ਦੱਸਦਾ ਹਾਂ। ਪੂਰਬ ਜਨਮ ਹੁਤੋ ਦਿਜ ਮੇਰਾ। ਮਹਾਰਾਜ ਮੇਰਾ ਜਿਹੜਾ ਜਨਮ ਸੀ ਪਹਿਲਾਂ, ਇਹ ਸੀ ਬ੍ਰਾਹਮਣ, ਮੈਂ ਬ੍ਰਾਹਮਣ ਸਾਂ। ਪਾਠ ਵਿਦਿਆ ਮਨ ਮਾਨ ਕਨੇਰਾ। ਵਿਦਿਆ ਪੜ੍ਹ ਕੇ ਤੇ ਮੈਨੂੰ ਹੰਕਾਰ ਬਹੁਤ ਹੋ ਗਿਆ, ਕਿਉਂਕਿ ਆਮ ਤੌਰ ਤੇ ਸੋ ਬਹੁਤ ਕਠਿਨ ਵਿਦਿਆ ਸੀ। ਵੇਦਾਂ ਦੀ ਸੰਸਕ੍ਰਿਤ ਵਿਦਿਆ ਜਿਹੜੀ ਸੀ, ਪੜ੍ਹਨਾ ਬੜਾ ਕਠਿਨ ਸੀ। ਤੇ ਜਿਹੜਾ ਪੜ੍ਹ ਜਾਂਦਾ ਸੀ, ਮੁੜ ਕੇ ਗੁਰੂ ਪਾਤਸ਼ਾਹ ਦੀ ਗੁਰਬਾਣੀ ਤੋਂ ਸਿੱਧ ਹੁੰਦਾ ਹੈ ਕਿ ਇਹ ਲੋਕ ਵਿਦਿਆ ਪੜ੍ਹ ਕੇ ਤੇ ਜਾ ਕੇ ਫਿਰ ਚਰਚਾ ਕਰ ਰਹੇ ਇਲਾਕਿਆਂ ਦੇ ਵਿੱਚ, ਕੋਈ ਵਿਦਵਾਨ ਮੇਰੇ ਨਾਲ ਚਰਚਾ ਕਰੋ। ਤੋ ਜਿਸ ਵੇਲੇ ਜਿੰਨੇ ਹਾਰ ਜਾਣਾ, ਉਹਨੇ ਦੂਸਰੇ ਦੀ ਨਾਲੇ ਤੇ ਬੇਇੱਜ਼ਤੀ ਕਰਨੀ, ਨਾਲੇ ਉਹਦੇ ਗ੍ਰੰਥ ਖੋਹ ਲੈਣੇ। ਇਹੋ ਜਿਹਾ ਕੰਮ ਸੀ ਜਿਵੇਂ ਜੰਗ ਕਰੀਦਾ। ਵਿਦਿਆ ਪੜ੍ਹ ਕੇ ਵੀ ਇਹ ਵਿਦਿਆ ਨਾਲ ਹੀ ਜੰਗ ਕਰਿਆ ਕਰਦੇ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੋ ਸੁੱਧਾ ਮਾਰਗ ਦਿਖਾਇਆ ਸੀ। ਤੋ ਕਹਿਣ ਲੱਗਾ ਕਿ ਮੈਨੂੰ ਵਿਦਿਆ ਦਾ ਹੰਕਾਰ ਬਹੁਤ ਹੋ ਗਿਆ। ਏਕ ਦਿਵਸ ਮਮ ਗੁਰ ਤਤ ਬੇਤਾ। ਤੋ ਬ੍ਰਹਮ ਗਿਆਨੀ ਤਤ ਬੇਤਾ, ਜੋ ਮੇਰਾ ਗੁਰੂ ਸੀ, ਉਸਤਾਦ ਸੀ, ਮੈਨੂੰ ਵਿਦਿਆ ਪੜਾਉਣ ਵਾਲਾ। ਆਵਾ ਸਹਿਜ ਸੁਭਾਵ ਨਕੇਤਾ। ਤੋ ਨਕੇਤ ਜਿੱਥੇ ਮੇਰਾ ਘਰ ਸੀ, ਸੁਤੇ ਸਿੱਧ ਹੀ ਕਹਿੰਦੇ ਮੇਰੇ ਘਰ ਆ ਗਿਆ ਹੋ। ਨਹਿ ਉਠ ਕਰ ਸਨਮਾਨਤ ਕੀਨਾ। ਪਰ ਮੈਂ ਉੱਠ ਕੇ ਸਤਿਕਾਰ ਨਾ ਕੋਈ ਕੀਤਾ ਵੀ ਮੈਂ ਵੀ ਹੁਣ ਇਹਨਾਂ ਦੇ ਬਰਾਬਰ ਹੋ ਗਿਆ, ਵਿਦਿਆ ਪੜ੍ਹ ਲਈ, ਮੈਂ ਵੀ ਇਹਨਾਂ ਵਰਗਾ ਬਣ ਗਿਆ, ਮੈਂ ਬ੍ਰਹਮਸਮੀ, ਮੈਂ ਵੀ ਬ੍ਰਹਮ ਹੋ ਗਿਆ ਹਾਂ। ਅਹਮਤ ਧਰ ਆਸਨ ਅਸੀਨਾ। ਤੇ ਮੈਂ ਅਹੰਕਾਰ ਧਾਰ ਕੇ ਆਪਣੇ ਆਸਣ ਤੇ ਬੈਠਾ ਰਿਹਾ, ਕੋਈ ਸਤਿਕਾਰ ਨਾ ਕੀਤਾ ਉੱਠ ਕੇ। ਦੇਖ ਅਵਗਿਆ ਗੁਰ ਰਿਸ ਕਰਕੇ। ਤੋ ਕਹਿੰਦੇ ਇਹ ਨਰਾਦਰੀ ਜਿਹੜੇ ਗੁਰੂ ਦੀ ਹੋਈ, ਉਹਨਾਂ ਦਾ ਸਨਮਾਨ ਨਹੀਂ ਹੋਇਆ। ਤੇ ਨਰਾਦਰੀ ਜਾਣ ਕਰਕੇ ਉਸਤਾਦ ਨੇ ਮੁਝ ਇਉ ਦੀਨੋ ਸਰਾਪ ਉਚਰ ਕੇ। ਉਹਨਾਂ ਨੇ ਬਚਨ ਕਰ ਦਿੱਤਾ। ਹੁੰਦਾ ਤੇ ਬਚਨ ਹੀ ਹੈ, ਵਰ ਰੂਪ ਵੀ ਹੋ ਜਾਂਦਾ, ਸਰਾਪ ਵੀ ਹੋ ਜਾਂਦਾ ਹੈ। ਤੋ ਕਹਿੰਦੇ ਉਹਨਾਂ ਨੇ ਇਸ ਤਰ੍ਹਾਂ ਦਾ ਬਚਨ ਕਰ ਦਿੱਤਾ। ਅਸ ਵਿਪਰੀਤ ਜੋ ਤੈ ਮਨ ਠਾਨੀ। ਕਹਿਣ ਲੱਗੇ ਦੇਖ, ਇਹ ਜੋ ਉਲਟੀ ਮਰਿਆਦਾ ਤੂੰ ਕੀਤੀ ਹੈ ਨਾ ਇਸ ਵੇਲੇ, ਕਛੂ ਨਾ ਬਿਗਰਹਿ ਮੁਝ ਹੈ ਮਾਨੀ। ਤੋ ਦੇਖ ਤੂੰ ਹੰਕਾਰੀ ਹੈ, ਪਰ ਮੇਰਾ ਤਾਂ ਕੁਝ ਵਿਗੜਿਆ ਨਹੀਂ, ਨਾ ਵਿਗੜਨਾ ਹੀ ਹੈ, ਕਿਉਂਕਿ ਸਮਰੱਥ ਹੈ। ਜੇ ਤੂੰ ਸਤਿਕਾਰ ਕਰਦਾ ਤੇ ਤਾਂ ਕੋਈ ਫਰਕ ਨਹੀਂ, ਜੇ ਨਹੀਂ ਕੀਤਾ ਤੇ ਤਾਂ ਵੀ ਕੋਈ ਗੱਲ ਨਹੀਂ। ਪਰ ਕਹਿੰਦੇ ਨੇ ਜੇ ਅਗਰ ਇਹ ਜੂਤ ਕੀਤਾ ਹੈ, ਜਾਂ ਕੋ ਫਲ ਜੇ ਤੂੰ ਨਹਿ ਪਾਵੇਂ। ਪਰ ਗੱਲ ਇਹ ਹੈ, ਜੇ ਅਗਰ ਗੁਰੂ ਦੀ ਕੀਤੀ ਹੋਈ ਨਰਾਦਰੀ ਬੇਅਦਬੀ ਦਾ ਜੇ ਹੁਣ ਤੈਨੂੰ ਇਹਦਾ ਫਲ ਨਾ ਮਿਲੇ, ਕੋਈ ਸਜ਼ਾ ਨਾ ਮਿਲੀ, ਤਾਂ ਤੋ ਸੁਭ ਰੀਤ ਜਗਤ ਮਿਟ ਜਾਵੇ। ਨਹੀਂ ਤਾਂ ਇਹ ਸਾਰੀ ਸੰਸਾਰ ਵਿੱਚ ਮਰਜ਼ਾਦਾ ਹੀ ਵਿਗੜ ਜਾਏਗੀ। ਵੱਡਿਆਂ ਦਾ ਆਦਰ ਸਨਮਾਨ, ਵਿਦਿਆ ਦਾਤਿਆਂ ਦਾ ਸਤਿਕਾਰ ਕਰਨਾ ਤੇ ਬੰਦ ਹੋ ਜਾਊਗਾ। ਤਾਂ ਤੇ ਤੂੰ ਰਾਖਸ਼ ਤਨ ਪਾਈ। ਇਸ ਵਾਸਤੇ ਕਹਿੰਦੇ ਤੂੰ ਭਾਈ ਰਾਖਸ਼ ਬਣੇਗਾ। ਇਹ ਕਹਿੰਦੇ ਸਰਾਪ ਹੋ ਗਿਆ ਸੀ। ਕਰਹੁ ਕੁਕਰਮ ਧਰਮ ਬਿਸਰਾਈ। ਧਰਮ ਨੂੰ ਭੁਲਾ ਕਰਕੇ ਤੂੰ ਖੋਟੇ ਕਰਮ ਕਰਿਆ ਕਰੇਗਾ। ਆਸ ਪ੍ਰਕਾਰ ਸੁਨ ਗੁਰ ਕੋ ਸਰਾਪਾ। ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਦਾ ਆਪਣੇ ਦਾ ਇਹੋ ਬਚਨ ਸਰਾਪ ਰੂਪ ਸੁਣ ਕੇ ਕਹਿੰਦਾ, ਮੈਂ ਭੈ ਭੀਤ ਭਇਓ ਬਹੁ ਕਾਪਾ। ਤੇ ਮੈਂ ਬੜਾ ਡਰ ਗਿਆ,
ਕੰਬ ਗਿਆ ਬੜਾ ਭਾਰੀ ਡਰ ਕਰਕੇ ਵੀ ਇਹ ਕੀ ਬਣਿਆ। ਹੇ ਗੁਰ ਮੈਂ ਅਪਰਾਧ ਜੋ ਕੀਨੋ, ਕਹਿੰਦਾ ਹੇ ਗੁਰੂ ਜੀ, ਜਿਹੜਾ ਮੈਂ ਇਹ ਗੁਨਾਹ ਕੀਤਾ ਹੈ, ਤੁਹਾਡੀ ਬੇਅਦਬੀ ਕਰੀ ਹੈ, ਤਾਂ ਕੋ ਫਲ ਰਾਖਸ਼ ਤਨ ਦੀਨੋ। ਤਾਂ ਠੀਕ ਹੈ, ਤੁਸੀਂ ਮੈਨੂੰ ਹੁਣ ਵਚਨ ਕਰ ਦਿੱਤਾ, ਉਹਦਾ ਫਲ ਮੈਨੂੰ ਦਿੱਤਾ ਵੀ ਤੂੰ ਰਾਖਸ਼ ਸਰੀਰ ਪ੍ਰਾਪਤ ਕਰੇ, ਰਾਖਸ਼ ਦਾ। ਕਾਬਲ ਭੋਗੋ ਗੋ ਦੁਖ ਭਾਰੀ, ਗਰੀਬ ਨਵਾਜ ਤੇ ਹੁਣ ਬਖਸ਼ਿਸ਼ ਕਰੋ, ਮੈਂ ਇਹ ਕਦੋਂ ਤੱਕ ਇਹ ਰਾਖਸ਼ ਦਾ ਸਰੀਰ ਪਾ ਕੇ ਦੁੱਖ ਕਦੋਂ ਤੱਕ ਭੋਗਾਂਗਾ ਇਹੋ ਜਿਹਾ। ਕਿਰਪਾ ਧਾਰ ਸੋ ਕਰੋ ਉਚਾਰੀ, ਮੇਰੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਤਾਂ ਦੱਸੋ ਇਹ ਮੇਰਾ ਜਿਹੜਾ ਸੋ ਇਸ ਪਰ ਸਰਾਪ ਹੈ ਇਹ ਬਖਸ਼ਿਆ ਕਦੋਂ ਜਾਊਗਾ। ਗੁਰ ਦਇਆਲਤਾ ਮਹਿ ਮਨ ਭੀਨਾ, ਤੋ ਕਹਿੰਦੇ ਉਸ ਵੇਲੇ ਗੁਰੂ ਫਿਰ ਦਿਆਲੂ ਹੋ ਗਏ, ਮਨ ਭਿੰਜ ਗਿਆ, ਦਇਆ ਆ ਗਈ। ਐਸੇ ਬਚਨ ਉਚਾਰਨ ਕੀਨਾ, ਉਹਨਾਂ ਨੇ ਫਿਰ ਇਉਂ ਬਚਨ ਕੀਤਾ, ਉਸ ਵੇਲੇ ਕਹਿੰਦੇ ਏਕ ਓੰਕਾਰ ਧਰੇ ਅਵਤਾਰਾ, ਏਕ ਓੰਕਾਰ ਜਿਹੜਾ ਬ੍ਰਹਮ ਪਰਮੇਸ਼ਵਰ ਹੈ ਉਹ ਅਵਤਾਰ ਧਾਰਨ ਕਰੇਗਾ ਧਰਤੀ ਤੇ। ਤਿਨ ਕੇ ਮਿਲੇ ਹੋਏ ਨਿਸਤਾਰਾ, ਉਹਨਾਂ ਨੂੰ ਉਹ ਤੈਨੂੰ ਮਿਲਣਗੇ ਤੇ ਤੇਰਾ ਤਾਂ ਸ਼ਰਾਪ ਖਤਮ ਹੋਵੇਗਾ, ਤੇਰਾ ਪਾਰ ਉਤਾਰਾ ਹੋ ਜਾਏਗਾ। ਏ ਗੁਰ ਮੈਂ ਤਿਨ ਕੋ ਕਿਵ ਜਾਨੂ, ਤੇ ਕਹਿਣ ਲੱਗਾ ਹੈ ਗੁਰੂ ਜੀ ਵੀ ਤੁਸੀਂ ਕਹਿੰਦੇ ਏਕ ਓੰਕਾਰ ਦਾ ਅਵਤਾਰ ਹੋਣਾ ਹੈ, ਤੇ ਮਹਰ ਮੈਂ ਪਛਾਣਾਂਗਾ ਕਿੱਦਾਂ ਉਹਨਾਂ ਦੇ ਤਾਈ ਵੀ ਉਹ ਹਨ। ਕਿਰਪਾ ਕਰੋ ਸੋ ਭਾਂਤ ਬਖਾਨੋ, ਮੈਨੂੰ ਉਹ ਤਰੀਕਾ ਦੱਸੋ ਤਾਂ ਕਿ ਮੈਂ ਪਛਾਣ ਸਕਾਂ। ਇਹ ਬੰਦਗੀ ਵਾਲੇ ਜਿਹੜੇ ਲੋਕ ਨਾ ਜੀ ਪੂਰਨ ਹੁੰਦੇ ਨਾ, ਪਛਾਣਨਾ ਬੜਾ ਔਖਾ ਹੈ। ਇਹ ਜਦੋਂ ਕਿਤੇ ਕੋਈ ਕੌਤਕ ਵਰਤਾਉਂਦੇ ਨੇ ਬੰਦਾ ਪਛਾਣ ਹੀ ਸਕਦਾ ਉਹੇ ਨੇ ਕੋ ਹੋਰ ਨੇ। ਐਸੇ ਕਈ ਕੌਤਕ ਕਈ ਬੰਦਗੀ ਵਾਲੇ ਮਹਾਂਪੁਰਸ਼ਾਂ ਦੇ ਇਸ ਪ੍ਰਕਾਰ ਸੁਣੇ ਦੇਖੇ ਹਨ। ਸੁਨ ਕੇ ਮੁਝ ਕੋ ਦਰਪਨ ਦੀਨਾ, ਕਹਿੰਦੇ ਫਿਰ ਗੁਰੂ ਨੇ ਕੀ ਕੀਤਾ, ਇੱਕ ਦਰਪਨ ਸ਼ੀਸ਼ਾ ਦੇ ਦਿੱਤਾ ਮੇਰੇ ਤਾਈਂ। ਕਹਿਓ ਕਿ ਇਸ ਤੇ ਲੇਵੋ ਚੀਨਾ, ਕਹਿਣ ਲੱਗੇ ਭਈ ਆਹ ਸ਼ੀਸ਼ਾ ਲੈ ਲੈ, ਇਹਦੇ ਨਾਲ ਤੂੰ ਪਛਾਣ ਕਰ ਲਵੀਂ ਵੀ ਉਹੀ ਏਕ ਓੰਕਾਰ ਦਾ ਅਵਤਾਰ ਹਨ। ਜਾਂ ਮੈਂ ਪਰ ਪ੍ਰਤਿਬਿੰਬ ਸੋ ਜਾਕੋ, ਤੇ ਇਸ ਪ੍ਰਕਾਰ ਸੋ ਜਿਹਦਾ ਇਹ ਸ਼ੀਸ਼ਾ ਜਿਹਦੇ ਮੂਹਰੇ ਕਰਕੇ ਸ਼ੀਸ਼ੇ ਦੇ ਵਿੱਚ ਉਹਦਾ ਪ੍ਰਤੀਬਿੰਬ ਜਿਸ ਵੇਲੇ ਦੇਖੇਗਾ, ਪੁਨ ਮਨੁਖ ਮੁਖ ਦਿਸਹਿ ਤਾਕੋ, ਤੋ ਜਿਹੜਾ ਏਕ ਓੰਕਾਰ ਦਾ ਅਵਤਾਰ ਹੋਵੇਗਾ ਨਾ ਉਹਨਾਂ ਦਾ ਉਹੀ ਰੂਪ ਸ਼ੀਸ਼ੇ ਵਿੱਚ ਤੈਨੂੰ ਦਿਸੇਗਾ ਜਿਹੜਾ ਤੇਰੇ ਸਾਹਮਣੇ ਹੋਵੇਗਾ। ਸੋ ਜਾਣੋ ਇਹੋ ਹੈ ਅਵਤਾਰਾ, ਤੇ ਜਾਣ ਲਵੀਂ ਕਿ ਇਹ ਵਾਕਿਆ ਹੀ ਅਵਤਾਰ ਹਨ ਜਿਹਨਾਂ ਤੋਂ ਤੇਰਾ ਭਲਾ ਹੋਣਾ ਹੈ। ਤਿਸ ਤੇ ਤੇਰੋ ਹੋਏ ਉਧਾਰਾ, ਉਸ ਤੋਂ ਤੇਰਾ ਉਧਾਰ ਹੋ ਜਾਏਗਾ। ਅਨਕ ਜਨਮ ਜਿਹ ਨਰ ਜਗ ਪਾਏ, ਕਹਿੰਦੇ ਨੇ ਇਸ ਪ੍ਰਕਾਰ ਜਿਹੜੇ ਬਾਕੀ ਦੇ ਮਨੁੱਖ ਹੋਣਗੇ ਜਿਹਨੂੰ ਤੂੰ ਫੜੇਗਾ, ਉਹਨਾਂ ਨੇ ਜਿਹੜੇ ਹੋਰ ਪਿਛਲੇ ਜਨਮ ਜਿੱਦਾਂ ਜਿੱਦਾਂ ਦੇ ਭੋਗੇ ਹੋਣਗੇ, ਨਾਨਾ ਜੋਨ ਵਿਖੇ ਜੋ ਆਏ, ਵੱਖਰੀਆਂ ਵੱਖਰੀਆਂ ਜੂਨਾਂ ਚੋਂ ਜਿਹੜੇ ਮਨੁੱਖ ਸਰੀਰ ਵਿੱਚ ਆਏ ਹੋਣਗੇ, ਤਿਨ ਕੇ ਮੁਖ ਇਸ ਦਰਪਨ ਮਾਹੀ, ਤਾਂ ਉਹਨਾਂ ਦੇ ਜਦੋਂ ਉਸ ਮਨੁੱਖ ਦੇ ਮੂਹਰੇ ਤੋਂ ਸ਼ੀਸ਼ਾ ਕਰੇਗਾ ਤਾਂ ਮਨੁੱਖ ਕੇ ਦਿਸਹਿ ਕਬ ਨਾਹੀ, ਮਨੁੱਖ ਦਾ ਸਰੀਰ ਨਹੀਂ ਦਿਸੇਗਾ, ਉਹਨਾਂ ਦੀਆਂ ਪਹਿਲੀਆਂ ਜੂਨਾਂ ਦਾ ਜਿਹੜਾ ਨਾ ਉਹ ਸਰੀਰ ਦਿਸਿਆ ਕਰੂਗਾ ਤੈਨੂੰ। ਗੁਰ ਤੇ ਲੈ ਕਰ ਮੁਕਰ ਸੋ ਆਵਾ, ਕਹਿੰਦੇ ਮੈਂ ਗੁਰੂ ਕੋਲੋਂ ਫਿਰ ਉਹ ਸ਼ੀਸ਼ਾ ਲੈ ਆਂਦਾ, ਤਬ ਕੋ ਮੈਂ ਇਹ ਥਾਨ ਰਹਾਵਾ, ਉਦੋਂ ਦਾ ਕਹਿੰਦਾ ਮੈਂ ਇਸ ਸਥਾਨ ਦੇ ਉੱਤੇ ਆਣ ਕੇ ਫਿਰ ਬਣ ਕੇ ਜੰਗਲ ਵਿੱਚ ਰਹਿ ਗਿਆ ਹਾਂ। ਕਹਿ ਕਰ ਆਨੇ ਮਨੁਜ ਕਨੇਰੇ, ਕਹਿੰਦਾ ਜੀ ਮੈਂ ਹੁਣ ਜਦੋਂ ਬਾਣੀ ਗਿਆ ਰਾਖਸ਼ ਤੇ ਬੰਦੇ ਹੀ ਖਾਣੇ ਆਦਮਖੋਰ, ਤੋ ਕਹਿੰਦੇ ਮੈਂ ਬਹੁਤ ਬੰਦੇ ਫੜ ਫੜ ਕੇ ਲਿਆਣ ਕੇ ਦੇਖੇ ਹਨ। ਮੁਕਰ ਵਿਖੇ ਪ੍ਰਤਿਬਿੰਬ ਸੋਹੇਰੇ, ਤੋ ਕਹਿੰਦੇ ਮੈਂ ਆਣ ਕੇ ਸ਼ੀਸ਼ੇ ਵਿੱਚ ਪਹਿਲਾਂ ਉਹਨਾਂ ਦਾ ਮੂੰਹ ਦੇਖਦਾ ਸੀ, ਜਦੋਂ ਜਦੋਂ ਮੈਂ ਦੇਖਿਆ ਸ਼ੂਕਰ ਕੂਕਰ ਖਰ ਖੱਗ ਸ਼ੇਰਾ, ਕਿਸੇ ਦਾ ਸ਼ੇਰ ਦਾ ਮੂੰਹ, ਕਿਸੇ ਦਾ ਖੋਤੇ ਦਾ, ਕਿਸੇ ਦਾ ਕੁੱਤੇ ਦਾ, ਇਸ ਤਰੀਕੇ ਦੇ ਨਾਲ ਸੋ ਕਹਿੰਦੇ ਉਹਨਾਂ ਦੇ ਇਹ ਰੂਪ ਦਿਸਦੇ ਰਹੇ ਮੈਨੂੰ ਪਿਛਲੇ। ਇਤਿਆਦਿਕ ਸਭ ਕੋ ਮੁਖ ਹੇਰਾ, ਇਹੋ ਜਿਹਾ ਮੈਂ ਸਾਰਿਆਂ ਦਾ ਮੁਖ ਦੇਖਿਆ ਸ਼ੀਸ਼ੇ ਵਿੱਚ ਜਦੋਂ, ਤੁਮਰਾ ਮਾਨੁਖ ਬਦਨ ਦਿਸਾਨਾ, ਤੇ ਉਹਨਾਂ ਨੂੰ ਮੈਂ ਸ਼ੀਸ਼ਾ ਦੇਖਦਾ ਵੀ ਏਕ ਓੰਕਾਰ ਦਾ ਉਹਨੂੰ ਮਾਰ ਕੇ ਖਾ ਜਾਂਦਾ ਸੀ। ਹੁਣ ਮਹਾਰਾਜ ਤੁਹਾਡਾ ਮੈਂ ਰੂਪ ਦੇਖਿਆ ਇਸ ਸ਼ੀਸ਼ੇ ਵਿੱਚ, ਤੁਹਾਡਾ ਸਹੀ ਰੂਪ ਜਿਹੜਾ ਇਹਦੇ ਵਿੱਚ ਮੈਨੂੰ ਦਿਸਿਆ ਹੈ। ਜਿਨ ਕੇ ਪਰਸੇ ਸਰਾਪ ਮਿਟਾਨਾ, ਜਿਨ੍ਹਾਂ ਦੇ ਦਰਸ਼ਨ ਕਰਕੇ ਮੇਰਾ ਸਰਾਪ ਹੀ ਮੁੱਕ ਗਿਆ। ਹੁਣ ਮੇਰੀ ਬਿਰਤੀ ਜਿਹੜੀ ਸੀ ਸੋ ਬੰਦੇ ਮਾਰ ਕੇ ਖਾਣ ਵਾਲੀ, ਤੋਂ ਭੈੜੇ ਕਰਮ ਕਰਨ ਦੀ, ਇਸ ਪ੍ਰਕਾਰ ਤੋਂ ਭੈੜਾ ਬੋਲਣਾ, ਉਹ ਸਾਰਾ ਕੁਝ ਦੂਰ ਹੋ ਗਿਆ ਮਹਾਰਾਜ, ਤੇ ਮੈਨੂੰ ਤੁਸਾਂ ਨੇ ਕਿਰਪਾ ਕਰਕੇ ਤਾਰ ਦਿੱਤਾ ਹੈ। ਅਸ ਬਿਦ ਹੁਤੋ ਮੋਹਿ ਬਰਤੰਤਾ, ਮੇਰਾ ਮਹਾਰਾਜ ਇਹੋ ਜਿਹਾ ਪ੍ਰਸੰਗ ਹੈ, ਇਉਂ ਮੇਰੇ ਨਾਲ ਸਮਾਂ ਗੁਜ਼ਰਿਆ ਜੀ। ਅਬ ਦੀਜੇ ਆਇਸ ਭਗਵੰਤਾ, ਹੇ ਮੇਰੇ ਭਗਵਾਨ, ਹੇ ਮੇਰੇ ਪਰਮੇਸ਼ਰ ਰੱਬ ਰੂਪ ਜੀ, ਹੁਣ ਆਗਿਆ ਦਿਓ ਮੈਨੂੰ। ਪੁਨ ਲੋਕ ਕੇ ਵਿਖੇ ਸਦਾਉ, ਹੁਣ ਮੈਂ ਐਸ ਲੋਕ ਨੂੰ ਤਿਆਗ ਕਰਕੇ ਪੁੰਨ ਲੋਕ ਵਿੱਚ ਅੱਗੇ ਸੱਚਖੰਡ ਵਿੱਚ ਚਲਾ ਜਾਵਾਂ। ਤੁਮਰੇ ਦਰਸ਼ਨ ਕੋ ਸੁਖ ਪਾਉ, ਇਹ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਸੁੱਖ ਪ੍ਰਾਪਤ ਹੋਵੇ,
ਮਹਾਰਾਜ ਮੇਰਾ ਕਲਿਆਣ ਹੋ ਜਾਵੇ। ਸੁਰ ਤਨ ਹੋਵੇ ਕਰ ਨਮੋ ਪਧਾਰਾ। ਤੋ ਮਹਾਰਾਜ ਨੇ ਕਿਰਪਾ ਕੀਤੀ, ਇਸ ਦਾ ਸਰੀਰ ਭਾਵ ਸ਼ਾਂਤ ਹੋ ਗਿਆ। ਇਹ ਦੇਵ ਰੂਪ ਦਿਵ ਰੂਪ ਹੋ ਕਰਕੇ ਇਸ ਪ੍ਰਕਾਰ ਤੋਂ ਗੁਰੂ ਪਾਤਸ਼ਾਹ ਤੋਂ ਬਖਸ਼ਿਸ਼ ਕਰਕੇ ਬਖਸ਼ਿਸ਼ ਲੈ ਕੇ ਚਲਾ ਗਿਆ। ਮਰਦਾਨੇ ਕੌਤਕ ਸੋ ਨਿਹਾਰਾ। ਹੁਣ ਬਾਲਾ ਮਰਦਾਨਾ ਕੋਲ ਨੇ ਸਾਰਾ ਕੌਤਕ ਦੇਖਿਆ ਅੱਖਾਂ ਦੇ ਸਾਹਮਣੇ। ਬੰਦਨ ਪਦ ਅਰਬਿੰਦ ਕਰੰਤੂ। ਤੋ ਸਤਿਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਤੇ ਮਰਦਾਨੇ ਨੇ ਫਿਰ ਨਮਸਕਾਰ ਕੀਤੀ ਹੈ। ਧੰਨ ਧੰਨ ਪ੍ਰਭ ਧੰਨ ਪਨੰਤੂ। ਤੇ ਮੁਖ ਤੋਂ ਕਹਿੰਦਾ ਧੰਨ ਹੋ ਗੁਰੂ ਨਾਨਕ ਸਾਹਿਬ ਜੀ, ਧੰਨ ਹੋ ਮਹਾਰਾਜ। ਤੋ ਮਹਾਰਾਜ ਇਹ ਕੈਸਾ ਕੌਤਕ ਰਚਿਆ ਗਰੀਬ ਨਵਾਜ ਤੁਸਾਂ ਨੇ। ਤੇ ਇਹ ਦੇਖੋ ਗੁਰੂ ਨਾਨਕ ਦੀ ਬਰਕਤ ਹੈ ਕਿ ਆਪਣੀ ਦ੍ਰਿਸ਼ਟੀ ਪਾ ਕੇ ਇੱਕ ਵਾਰ ਦੇਖਣ ਦੇ ਨਾਲ ਹੀ ਸੜਦਾ ਬਲਦਾ ਤੇਲ ਦਾ ਕੜਾਹਾ ਵੀ ਠੰਡਾ ਕੀਤਾ। ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀ। ਮੇਰੇ ਗੁਰੂ ਸਾਹਿਬ ਦੇ ਕੋਲ ਉਹ ਦਾਤ ਹੈ। ਗੁਰੂ ਨਾਨਕ ਦੀ ਨਜ਼ਰ ਵਿੱਚ ਇਤਨੀ ਸ਼ਕਤੀ ਹੈ ਔਰ ਉਹੋ ਹੀ ਨਿਗਾਹ ਪਾਈ ਤੇ ਕੌਡੇ ਰਾਖਸ਼ ਦਾ ਸਰੀਰ ਸ਼ਾਂਤ ਕਰਕੇ ਉਸ ਨੂੰ ਮੁਕਤੀ ਬਖਸ਼ ਦਿੱਤੀ ਹੈ। ਸ੍ਰੀ ਪ੍ਰਭ ਇਸ ਦਰਪਨ ਕੋ ਲੀਜੈ। ਤੇ ਮਰਦਾਨਾ ਕਹਿੰਦਾ ਮਹਾਰਾਜ ਵੀ ਆ ਸ਼ੀਸ਼ਾ ਬੜਾ ਵਧੀਆ ਵੀ ਜਿਹਦੇ ਵਿੱਚ ਪਿਛਲੇ ਜਨਮ ਦਿਸ਼ ਪੈਂਦੇ ਨੇ, ਇਹ ਤਾਂ ਲੈ ਲਈ ਆਪਣੇ ਕੋਲ। ਹੈ ਅਦਭੁਤ ਨਿਜ ਨਿਕਟ ਰਖੀਜੈ। ਇਹ ਬੜਾ ਆਚਰਜ ਸ਼ੀਸ਼ਾ ਮਹਾਰਾਜ, ਇਹਨੂੰ ਆਪਣੇ ਕੋਲ ਰੱਖੋ, ਨਾਲ ਲੈ ਲਓ ਜੀ ਆਪਣੇ ਨਾਲ। ਸੁਨ ਕਰ ਭਨਹਿ ਗਰੀਬ ਨਿਵਾਜੂ। ਸੁਣ ਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਮਰਦਾਨਾ ਸੁਣ, ਇਸ ਦਰਪਨ ਤੇ ਕਿਆ ਹੋਵੇ ਕਾਜੂ। ਦੱਸ ਇਹ ਸ਼ੀਸ਼ੇ ਨੂੰ ਚੱਕਣ ਦੇ ਨਾਲ ਕਾਹਦਾ ਸਾਡਾ ਕੰਮ ਹੋਣਾ ਹੈ। ਮੁਕਰ ਵਿਚਾਰ ਰੂਪ ਜਿਨ ਪਾਸਾ। ਦੇਖ ਅਸਲ ਸ਼ੀਸ਼ਾ ਹੈ ਸ਼ੁੱਧ ਵਿਚਾਰ ਹੋਣਾ। ਜਿਨ੍ਹਾਂ ਕੋਲ ਚੰਗੀ ਵਿਚਾਰ ਰੂਪ ਸ਼ੀਸ਼ਾ ਹੈ ਨਾ, ਤਿਨ ਕੋ ਆਤਮ ਹੋਤ ਪ੍ਰਕਾਸ਼ਾ। ਤੇ ਜਿਹਦੇ ਵਿਚਾਰ ਸ਼ੁੱਧ ਨੇ ਉਸ ਨੂੰ ਆਤਮਾ ਦਾ ਪ੍ਰਕਾਸ਼ ਹੋ ਜਾਂਦਾ। ਉਹ ਆਪਣੇ ਆਤਮ ਦਰਸ਼ਨ ਕਰਦਾ ਪ੍ਰਕਾਸ਼ ਰੂਪ ਵਿੱਚ। ਰਾਖੋ ਸੋ ਸਦੀਵ ਨਿਜ ਸੰਗਾ। ਇਸ ਵਾਸਤੇ ਮਰਦਾਨਾ ਜੀ ਉਹ ਜਿਹੜਾ ਵਿਚਾਰ ਰੂਪ ਸ਼ੀਸ਼ਾ ਨਾ, ਆ ਜੋ ਤੇਰੇ ਨਾਲ ਸੋ ਆ ਦੇਖ ਰਿਹਾ, ਇਹ ਸ਼ੁਭ ਵਿਚਾਰਾਂ ਨੂੰ ਇਹੋ ਹੀ ਸ਼ੀਸ਼ਾ ਹਿਰਦੇ 'ਚ ਧਾਰਨ ਕਰ ਤੂੰ। ਸਦਾ ਆਨੰਦ ਕਰੇ ਭ੍ਰਮ ਭੰਗਾ। ਤੋ ਸਦਾ ਹੀ ਸਾਰੇ ਭਰਮਾਂ ਨੂੰ ਭੰਗ ਕਰਕੇ ਦੂਰ ਕਰਕੇ ਆਨੰਦ ਹੀ ਆਨੰਦ ਬਖਸ਼ਣ ਵਾਲਾ ਇਹ ਪਵਿੱਤਰ ਜਿਹੜਾ ਹੈ ਵਿਚਾਰ ਰੂਪ ਸ਼ੀਸ਼ਾ ਹੈ। ਭੁਜੰਗ ਪ੍ਰਿਆ ਭੁਜੰਗ ਛੰਦ ਨਮੋ ਸਾਰਦਾ ਰੂਪ ਦੋਖ ਹਰੰਤੀ। ਇਹੋ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਸ ਰਾਖਸ਼ ਕੌਡੇ ਦਾ ਉਧਾਰ ਕੀਤਾ ਹੈ। ਹੁਣ ਅਗਲਾ ਪ੍ਰਸੰਗ ਸ਼ੁਰੂ ਕਰਦੇ ਹੋਏ ਮੰਗਲਾਚਰਨ ਕਰਦੇ ਨੇ ਬਾਣੀ ਦਾ, ਸੁਰਸਤੀ ਦਾ। ਕਹਿੰਦੇ ਨੇ ਨਮਸਕਾਰ ਹੋਵੇ ਹੇ ਸਾਰਦਾ ਸੁਰਸਤੀ, ਤੁਹਾਡਾ ਰੂਪ ਜਿਹੜਾ ਹੈ ਬੜਾ ਭਾਰੀ ਸੁੰਦਰ ਹੈ, ਦੋਸ਼ਾਂ ਨੂੰ ਦੂਰ ਕਰਨ ਵਾਲੀ ਹੈ। ਸਦਾ ਮੰਗਲਾ ਬੁੱਧ ਦੈਨ ਜਯੰਤੀ। ਸਦਾ ਹੀ ਮੰਗਲਾ ਖੁਸ਼ੀਆਂ ਦੇ ਦੇਣ ਵਾਲੀ। ਸੋ ਬੁੱਧੀ ਦੇ ਤਾਈਂ ਪੈਦਾ ਕਰਨ ਵਾਲੀ ਹੈ, ਜੋ ਖੁਸ਼ੀਆਂ ਦੇਣ ਵਾਲੀ ਹੈ, ਵਿਚਾਰ ਦੇਣ ਵਾਲੀ ਬੁੱਧੀ ਸੁੰਦਰ ਪੈਦਾ ਕਰਦੀ ਹੈ ਤੂੰ। ਭਵਾ ਪਹਿਰਾ ਦਾਸ ਕੀ ਇਛ ਪੂਰਾ। ਇਸ ਪ੍ਰਕਾਰ ਇਸ ਸੰਸਾਰ ਦੇ ਵਿੱਚ ਆਪਣੇ ਸੇਵਕਾਂ ਦੀਆਂ ਇੱਛਾ ਨੂੰ ਪੂਰੀਆਂ ਕਰਨ ਵਾਲੀ ਹੈ। ਪ੍ਰਕਾਸ਼ੀ ਤੁਹੀ ਚੌਦਹੂ ਲੋਕ ਭੂਰਾ। ਤੋ ਭਾਰੀ 14 ਲੋਕਾਂ ਦੇ ਵਿੱਚ ਤੂੰ ਸੁੰਦਰ ਬੁੱਧੀ ਨੂੰ ਪ੍ਰਕਾਸ਼ ਕਰਨ ਵਾਲੀ ਹੈ। ਤਾਂ ਹੀ ਇਸ ਪ੍ਰਕਾਰ ਇਹਨੂੰ ਕਹੀਦਾ ਸੁਰਸਤੀ, ਜੋ ਬੁੱਧ ਦੀ ਦੇਵੀ ਮੰਨੀ ਜਾਂਦੀ ਹੈ। ਇਸ ਪ੍ਰਕਾਰ ਰਸਨਾ ਤੇ ਸਫੁਰਨ ਕਰਾਉਣਾ ਵਚਨ, ਤੇ ਇਸ ਪ੍ਰਕਾਰ ਸੋਹਣੀ ਬੁੱਧ ਨੂੰ ਬਖਸ਼ਿਸ਼ ਕਰਨਾ। ਤੋ ਬਾਣੀ ਦਾ ਇਸ ਸੁਰਸਤੀ ਦਾ ਮੰਗਲਾਚਾਰ ਕੀਤਾ ਹੈ। ਚੌਪਈ ਭਰਥਰ ਕੌਡੇ ਕੇਰ ਪ੍ਰਸੰਗਾ। ਜਦੋਂ ਧੰਨ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਇਹ ਭਰਥਰੀ ਦਾ ਤੇ ਕੌਡੇ ਦਾ ਪ੍ਰਸੰਗ ਕੀਤਾ, ਜਦੋਂ ਇਹਨਾਂ ਨੂੰ ਮਹਾਰਾਜ ਨੇ ਗਿਆਨ ਬਖਸ਼ਿਆ, ਉਧਾਰ ਕੀਤਾ। ਸੁਨ ਸ੍ਰੀ ਅੰਗਦ ਪ੍ਰੇਮ ਉਮੰਗਾ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਦੇ ਐਸੇ ਕੌਤਕਾਂ ਨੂੰ ਸਤ ਸੰਗਤ ਜੀ ਆਪਾਂ ਵੀ ਸੁਣਦੇ ਆ, ਪਰ ਜਦੋਂ ਬਾਕੀ ਸੰਗਤ ਵੀ ਸੁਣਦੀ ਸੀ, ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਸੋ ਇਹ ਦੋ ਪ੍ਰਸੰਗ ਸਰਵਣ ਕੀਤੇ ਹਨ, ਤਾਂ ਲੱਗੀ ਸਮਾਧ ਜੁਟੇ ਜੁਗ ਨੈਣਾ। ਮਹਾਰਾਜ ਦੀ ਐਸੀ ਸੁਰਤ ਇਕਾਗਰ ਹੋਈ ਹੈ, ਨੈਣ ਬੰਦ ਹੋ ਗਏ ਨੇ, ਮਹਾਰਾਜ ਸਮਾਧੀ ਵਿੱਚ ਟਿਕ ਗਏ ਹਨ, ਸਮਾਧੀ ਲੱਗ ਗਈ ਹੈ। ਅੰਗ ਅਡੋਲ ਨ ਉਚਰਤ ਬੈਨਾ। ਮੇਰੇ ਸਤਿਗੁਰੂ ਦਾ ਸਰੀਰ ਅਡੋਲ ਹੋ ਗਿਆ, ਕੋਈ ਬਚਨ ਨਹੀਂ ਮਹਾਰਾਜ ਉਚਾਰਦੇ ਹਨ, ਸਮਾਧੀ ਵਿੱਚ ਲੀਨ ਹੋ ਗਏ ਹਨ। ਸਰੋਤਾ ਭਗਤਾ ਹਟ ਕਰ ਸਭ ਹੀ। ਤੋ ਜਿਤਨੇ ਜਿਸ ਵੇਲੇ ਗੁਰੂ ਪਾਤਸ਼ਾਹ ਦੀ ਸਮਾਧੀ ਲੱਗ ਗਈ ਤੋ ਭਾਈ ਬਾਲਾ ਜੀ ਨੇ ਸੋ ਕਥਾ ਸੁਣਾਉਣੀ ਬੰਦ ਕਰ ਦਿੱਤੀ। ਜਿੰਨੇ ਬਾਕੀ ਸਰੋਤੇ ਸੀ ਸਾਰੇ ਹੀ ਚੁੱਪ ਹੋ ਗਏ ਹਨ। ਨਿਜ ਨਿਜ ਥਾਨ ਗਏ ਚੱਲ ਤਬ ਹੀ। ਥੋੜਾ ਸਮਾਂ ਉਡੀਕ ਕੀਤੀ ਵੀ ਗੁਰੂ ਪਾਤਸ਼ਾਹ ਦੀ ਸਮਾਧੀ ਖੁੱਲਦੀ ਕਿ ਨਹੀਂ।
ਜਦੋਂ ਤੱਕਿਆ ਵੀ ਕਾਫੀ ਸਮਾਂ ਗੁਰੂ ਦੀ ਸਮਾਧੀ ਨਹੀਂ ਖੁੱਲ੍ਹੀ, ਸਭ ਥਾਂ ਥਾਂ ਹੀ ਚਲੇ ਗਏ। ਬੀਤ ਗਏ ਜਬ ਜਾਮ ਸਤਾਈ। ਤੋ ਕਵੀ ਜੀ ਕਹਿੰਦੇ ਜਦੋਂ 27 ਪਹਿਰ, 8 ਪਹਿਰਾਂ ਦਾ ਇਸ ਪ੍ਰਕਾਰ ਦਿਨ ਤੇ ਰਾਤ ਹੁੰਦਾ ਹੈ, ਤੇ 8 ਤੀਆਂ 24, ਸੋ 3 ਦਿਨ ਤੇ 3 ਰਾਤਾਂ ਤੇ 3 ਪਹਿਰ ਉੱਪਰ ਹੋਰ, ਅਗਲੇ ਦਿਨ ਦੀਆਂ ਸ਼ਾਮਾਂ ਹੋ ਗਈਆਂ। ਤਦਪਨਾ ਚੇਤਨਤਾ ਤਨ ਆਈ। ਚੌਥੇ ਦਿਨ ਵੀ ਜਦੋਂ ਗੁਜ਼ਰਨ ਲੱਗਾ, ਤਦੋਂ ਵੀ ਗੁਰੂ ਸਾਹਿਬ ਦੇ ਸਰੀਰ ਵਿੱਚ ਸੋ ਚੇਤਨ ਸੱਤਾ ਸਾਵਧਾਨੀ ਨਹੀਂ ਹੋਈ ਹੈ। ਖਾਨ ਪਾਨ ਇਸ਼ਨਾਨ ਬਹੀਨੇ। ਤੇ ਨਾ ਗੁਰੂ ਸਾਹਿਬ ਨੂੰ ਕੋਈ ਖਾਧਾ, ਨਾ ਪੀਤਾ, ਨਾ ਕੋਈ ਇਸ਼ਨਾਨ ਕੀਤਾ, ਇਸੇ ਤਰ੍ਹਾਂ ਸਮਾਧੀ ਵਿੱਚ ਜੁੜ ਗਏ ਹਨ। ਬੀਤੇ ਆਸਨ ਏਕ ਅਸੀਨੇ। ਇੱਕ ਆਸਣ ਤੇ ਬੈਠ ਕਰਕੇ ਮੇਰੇ ਸਤਿਗੁਰੂ ਜੀ ਇਸ ਤਰ੍ਹਾਂ ਦੇ ਨਾਲ ਇਸ ਸਮਾਧੀ ਵਿੱਚ ਸਮਾਂ ਗੁਜ਼ਾਰਿਆ ਹੈ। ਭੈ ਕਰ ਕੋਏ ਨਾ ਸਕਹਿ ਬੁਲਾਈ। ਭਾਈ ਸਤਿਗੁਰੂ ਪਾਤਸ਼ਾਹ ਸਮਰੱਥ ਨੇ, ਡਰਦਾ ਮਾਰਾ ਕੋਈ ਬੁਲਾਉਂਦਾ ਨਹੀਂ ਹੈ। ਵੀ ਸਤਿਗੁਰੂ ਪਾਤਸ਼ਾਹ ਆਨੰਦ ਵਿੱਚ ਮਗਨ ਨੇ, ਆਪਣੇ ਆਪ ਜਦੋਂ ਮਹਾਰਾਜ ਨੇਤਰ ਖੋਲਣਗੇ, ਬਚਨ ਕਰਨਗੇ, ਕੋਈ ਵੀ ਡਰਦਾ ਬੁਲਾਉਂਦਾ ਨਹੀਂ ਮਹਾਰਾਜ ਨੂੰ। ਵੈਸੇ ਪਾਸ ਪਿਖੈ ਦ੍ਰਿਗ ਲਾਈ। ਤੇ ਕੋਲ ਬੈਠੇ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹਨ। ਬਹੁਰੋ ਛੁੱਟੀ ਸਮਾਧ ਆਨੰਦਾ। ਤੋ ਇਸ ਪ੍ਰਕਾਰ ਜਦੋਂ ਚੌਥੇ ਦਿਨ ਜਾ ਕੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਸਮਾਧੀ ਖੁੱਲੀ ਹੈ, ਤਾਂ ਉੱਠ ਕਰ ਮੱਜਨ ਕੀਨ ਮੁਕੰਦਾ। ਮੁਕਤੀ ਦਾਤਾ ਸਤਿਗੁਰਾਂ ਨੇ ਉੱਠ ਕੇ ਫਿਰ ਇਸ਼ਨਾਨ ਕੀਤਾ ਹੈ। ਖਾਨ ਪਾਨ ਕਰਕੇ ਨਿਜ ਸਭ ਹੀ। ਤੋ ਭੋਜਨ ਪ੍ਰਸ਼ਾਦ ਛਕ ਲਿਆ ਮੇਰੇ ਸਤਿਗੁਰਾਂ ਨੇ। ਕਥਾ ਸਮਾਜ ਬੁਲਾਵਾ ਤਬ ਹੀ। ਫਿਰ ਸਤਿਗੁਰੂ ਨੇ ਦੀਵਾਨ ਸਜਾ ਲਿਆ ਹੈ। ਸਾਰਾ ਹੀ ਕਥਾ ਸੁਣਨ ਵਾਲੇ, ਸੁਣਾਉਣ ਵਾਲੇ ਸਾਰੇ ਮਹਾਰਾਜ ਨੇ ਬੁਲਾ ਲਏ ਹਨ। ਸਰੋਤਾ ਬਖਤਾ ਸਭ ਚਲ ਆਏ। ਜਿੰਨੇ ਵੀ ਇਸ ਪ੍ਰਕਾਰ ਬਖਤੇ ਸਨ, ਸੋ ਸੁਣਾਉਣ ਵਾਲੇ ਤੇ ਸੁਣਨ ਵਾਲੇ ਸਰੋਤੇ ਸਭ ਚੱਲ ਕੇ ਆ ਗਏ ਹਨ। ਨਿਜ ਨਿਜ ਆਸਨ ਬੈਠ ਸੁਹਾਏ। ਸੋਹਣੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪੋ ਆਪਣੇ ਆਸਣਾਂ ਤੇ ਸੰਗਤ ਵਿੱਚ ਬੈਠ ਗਏ ਸਾਰੇ। ਕਥਾ ਕਥਨ ਲਾਗਿਓ ਤਬ ਬਾਲਾ। ਭਾਈ ਬਾਲਾ ਜੀ ਨੇ ਕਥਾ ਕਰਨੀ ਸ਼ੁਰੂ ਕੀਤੀ। ਸਾਧ ਸੰਗਤ ਜੀ, ਇਹ ਮੇਰੇ ਸਤਿਗੁਰੂ ਦਾਤਾਰ ਜੀ ਦੀ ਬਖਸ਼ਿਸ਼ ਹੈ। ਜਦੋਂ ਇਉਂ ਸੁਰਤ ਦੀ ਇਕਾਗਰਤਾ ਗੁਰੂ ਬਖਸ਼ਦੇ ਹਨ, ਉਸ ਵੇਲੇ ਫਿਰ ਸੋ ਜਿਹੜਾ ਹੈ ਇਸ ਸਮਾਧੀ ਦੀ ਅਵਸਥਾ ਬਣਦੀ ਹੈ। ਤੋ ਕਈ ਸਾਡੇ ਗੁਰਸਿੱਖ ਮਹਾਂਪੁਰਸ਼ ਇਸੇ ਤਰ੍ਹਾਂ ਹੀ ਆਨੰਦ ਮਾਣਦੇ ਨੇ। ਤੋ 7-7 ਦਿਨ ਤੱਕ ਵੀ ਕਈ ਮਹਾਂਪੁਰਸ਼ ਸਮਾਧੀ ਵਿੱਚ ਟਿਕੇ ਰਹਿੰਦੇ ਨੇ। ਇਹ ਗੁਰੂ ਦੀ ਬਖਸ਼ਿਸ਼ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਤਾਂ ਸਮਰੱਥ ਦਾਤਾ ਬਖਸ਼ਣ ਵਾਲੇ ਹਨ। ਇਉਂ ਮੇਰੇ ਸਤਿਗੁਰੂ ਪਾਤਸ਼ਾਹ ਨੇ ਸਮਾਧੀ ਤੋਂ ਉਥਾਨ ਕੇ ਫਿਰ ਦੀਵਾਨ ਸਜਾਇਆ ਹੈ। ਸ੍ਰੀ ਅੰਗਦ ਜੀ ਸੁਨੀਏ ਕਿਰਪਾਲਾ। ਕਹਿਣ ਲੱਗੇ ਭਾਈ ਬਾਲਾ ਜੀ, ਹੈ ਕਿਰਪਾਲੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਸਰਵਣ ਕਰੋ ਕਥਾ। ਸ੍ਰੀ ਬਾਲਾ ਸੰਦਰ ਬਾਚ। ਸ੍ਰੀ ਬਾਲਾ ਜੀ ਸੰਧੂ ਗੋਤ ਵਾਲੇ ਕਥਨ ਕਰਦੇ ਹਨ। ਚੌਪਈ ਰਾਖਸ਼ ਕੋ ਏਵ ਕੀਨ ਉਧਾਰਾ। ਇਉਂ ਮੇਰੇ ਧੰਨ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਇਸ ਕੌਡੇ ਰਾਖਸ਼ ਦਾ ਉਧਾਰ ਕੀਤਾ ਹੈ। ਆਗੇ ਗਵਨੇ ਮੁਕਤ ਉਦਾਰਾ। ਸ੍ਰੇਸ਼ਟ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਇੱਥੋਂ ਜੰਗਲ ਚੋਂ ਅੱਗੇ ਚੱਲ ਪਏ ਹਨ। ਜਹ ਕਾਨਨ ਦਾਰਨ ਹੈ ਸਗਰਾ। ਜਿੱਥੇ ਬੜਾ ਭਾਰੀ ਭਿਆਨਕ ਜੰਗਲੀ ਜੰਗਲ ਹੈ। ਨਿਕਟ ਨ ਜਾ ਕੇ ਕਹਿਠਾ ਨਗਰਾ। ਜਿੱਥੇ ਜੰਗਲ ਹੀ ਜੰਗਲ ਹੈ, ਨੇੜੇ ਤੇੜੇ ਕਿਤੇ ਕੋਈ ਪਿੰਡ ਨਗਰ ਸ਼ਹਿਰ ਹੈ ਹੀ ਨਹੀਂ। ਮੰਦ ਮੰਦ ਤਹ ਕੀਨ ਪਿਆਨਾ। ਹੌਲੀ ਹੌਲੀ ਮੇਰੇ ਸਤਿਗੁਰੂ ਜੀ ਮੌਜ ਵਿੱਚ ਤੁਰੇ ਜਾਂਦੇ ਹਨ। ਤਹ ਛਨ ਕਹਿਣ ਲੱਗਾ ਮਰਦਾਨਾ। ਮਰਦਾਨਾ ਕਹਿੰਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ, ਹੇ ਪ੍ਰਭ ਮੋਕੋ ਸ਼ੁਦਾ ਸਤਾਏ। ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ, ਫਲ ਖਾਦਿਆਂ ਨੂੰ ਦੇਰ ਹੋ ਗਈ ਹੈ ਤੇ ਮੈਨੂੰ ਭੁੱਖ ਨੇ ਬੜਾ ਸਤਾਇਆ ਹੋਇਆ ਹੈ। ਬਿਤੇ ਕਿਤਕ ਦਿਨ ਆਸਨ ਅਸਨ ਨਾ ਖਾਇਓ। ਹੁਣ ਮਹਾਰਾਜ ਦੇਖ ਲਓ ਵੀ ਕਿੰਨੇ ਦਿਨ ਹੋ ਗਏ ਤੁਰੇ ਹੀ ਜਾਂਦੇ ਆ ਮਹਾਰਾਜ, ਤੇ ਭੋਜਨ ਖਾਦਾ ਹੀ ਨਹੀਂ ਹੈ। ਚੱਲ ਨਾ ਸਕੂੰ ਇੱਕ ਪੈਰ ਅਗਾਰੀ। ਗਰੀਬ ਨਵਾਜ, ਮੈਂ ਤਾਂ ਹੁਣ ਇੱਕ ਕਦਮ ਵੀ ਅੱਗੇ ਤੁਰ ਨਹੀਂ ਸਕਦਾ, ਭੁੱਖ ਨੇ ਇੰਨਾ ਮੇਰਾ ਸਰੀਰ ਕਮਜ਼ੋਰ ਕਰਤਾ ਹੈ। ਨਿਕਟ ਨਾ ਪੁਰ ਚਹੁ ਦਿਸ ਬਨ ਭਾਰੀ। ਚਾਰ ਚਫੇਰੇ ਜੰਗਲ ਹੀ ਜੰਗਲ ਆ ਮਹਾਰਾਜ, ਪਿੰਡ ਤਾਂ ਕੋਈ ਸ਼ਹਿਰ ਦਿਸਦਾ ਨਹੀਂ ਨੇੜੇ। ਸੁਨ ਬੋਲੇ ਬੇਦੀ ਕੁਲ ਦੀਪਾ। ਬੇਦੀ ਕੁਲ ਦੇ ਪ੍ਰਕਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ ਬਚਨ ਕਹਿੰਦੇ ਹਨ। ਧੀਰ ਧਰੋ ਹੈ ਨਗਰ ਸਮੀਪਾ। ਗਰੀਬ ਨਵਾਜ ਕਹਿੰਦੇ ਨੇ, ਮਰਦਾਨਾ ਧੀਰਜ ਹੌਸਲਾ ਕਰ, ਨੇੜੇ ਹੀ ਆ ਗਿਆ ਸ਼ਹਿਰ, ਹੁਣ ਤੈਨੂੰ ਦੱਸਦੇ ਆ। ਏਵ ਵਿਲਲਾਂਦੇ ਕਰਤ ਪਿਆਨਾ। ਇਉਂ ਮਹਾਰਾਜ
ਗੱਲਾਂ ਬਾਤਾਂ ਨਾਲ ਬਰਾਉਂਦੇ ਹੋਏ ਮਰਦਾਨੇ ਨੂੰ ਇਉਂ ਗੱਲੀ ਪਾ ਕਰਕੇ ਤੋ ਇਸ ਪ੍ਰਕਾਰ ਜਿੱਦਾਂ ਬੱਚਿਆਂ ਨੂੰ ਪਤਿਆਈ ਦਾ ਪਤਿਆ ਕਰਕੇ ਤੋਰੀ ਗਏ ਹਨ। ਗਏ ਉਲੰਘ ਸਰਬ ਉਦਿਆਨਾ, ਸਾਰਾ ਜੰਗਲ ਲੰਘੇ ਹਨ, ਅੱਗੇ ਸਿਰਾ ਆ ਗਿਆ ਜੰਗਲ ਦਾ। ਤੀਨ ਕੋਸ ਤੇ ਨਗਰ ਸੁਹਾਵਾ, ਤਿੰਨਾਂ ਕੁ ਕੋਹਾਂ ਦੀ ਦੂਰੀ ਤੇ ਬੜਾ ਸੋਹਣਾ ਨਗਰ ਦਿਸਿਆ ਅੱਗੇ। ਮਰਦਾਨੇ ਕੋ ਪ੍ਰਭੂ ਦਿਖਾਵਾ, ਮਰਦਾਨੇ ਨੂੰ ਦਿਖਾਉਂਦੇ ਕਹਿੰਦੇ ਆਓ ਦੇਖ ਲੈ ਮਰਦਾਨਾ, ਤੂੰ ਕਹਿੰਦਾ ਕੋਈ ਸ਼ਹਿਰ ਨਹੀਂ, ਆਓ ਦੇਖ ਕਿੱਡਾ ਸੋਹਣਾ ਸ਼ਹਿਰ ਆ ਗਿਆ ਸਾਹਮਣੇ। ਸੁੰਦਰਪੁਰ ਦੇਖੋ ਥਲ ਉੱਚੇ, ਦੇਖ ਕਿੱਡਾ ਸੋਹਣਾ ਪੂਰੀ ਸ਼ਹਿਰ ਹੈ, ਉੱਚਾ ਉੱਚਾ ਤਾਂ ਜਗ੍ਹਾ ਸੋਹਣਾ ਦਿਸ ਰਿਹਾ ਹੈ। ਖਾਹੋ ਅਸਨ ਤਹਿ ਚੱਲੋ ਪਹੁੰਚੇ, ਚੱਲ ਉੱਥੇ ਪਹੁੰਚ ਕਰਕੇ ਨਾ ਤੇ ਉੱਥੇ ਤੂੰ ਭੋਜਨ ਛਕ ਲਵੀਂ। ਸੁਨ ਬੋਲਿਓ ਹੈ ਪ੍ਰਭ ਗੁਣ ਖਾਨੀ, ਕਹਿਣ ਲੱਗਾ ਹੇ ਮੇਰੇ ਪ੍ਰਭੂ ਪਰਮੇਸ਼ਰ, ਗੁਣਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਸੁਣੋ। ਮਮ ਸਰੀਰ ਭਾ ਬਲ ਤੇ ਹਾਨੀ, ਗਰੀਬ ਨਵਾਜ ਭਈ ਮੇਰੇ ਸਰੀਰ 'ਚ ਤੇ ਸੱਤਿਆ ਹੈ ਨਹੀਂ ਹੁਣ ਚੱਲਣ ਦੀ। ਮ੍ਰਿਤ ਹੋਵੇ ਪਰਿਓ ਰਹਿ ਕਿਹ ਥਾਨਾ, ਬਸ ਮਹਾਰਾਜ ਕੋਈ ਨਹੀਂ, ਹੱਠ ਕਰਕੇ ਤੁਰਿਆ ਤੇ ਰਹੂੰ, ਪਰ ਪਤਾ ਨਹੀਂ ਜਿੱਥੇ ਮਰਜੀ ਕਿਤੇ ਮੈਂ ਡਿੱਗ ਪੈਣਾ ਮਰ ਜਾਣਾ, ਇਦਾਂ ਹੀ ਤੁਰੇ ਜਾਂਦੇ ਨੇ। ਸਭ ਬਿਦ ਮੈਂ ਨਿਰਣੇ ਕਰ ਜਾਣਾ, ਮੈਂ ਤਾਂ ਮਹਾਰਾਜ ਫੈਸਲਾ ਕਰ ਲਿਆ ਵੀ ਬਸ ਠੀਕ ਆ, ਹੁਣ ਬਚਨ ਤੁਹਾਡਾ ਹੈਗਾ, ਰਹਿਣਾ ਤੁਹਾਡੇ ਚਰਨਾਂ ਦੇ ਨਾਲ ਹੈ, ਪਰ ਕਿਤੇ ਨਾ ਕਿਤੇ ਭੁੱਖ ਦੇ ਨਾਲ ਇਦਾਂ ਹੀ ਮੇਰੇ ਪ੍ਰਾਣ ਨਿਕਲ ਜਾਣੇ ਆ। ਕੀਨੁ ਖੁਦਾਏ ਅਬਹਿ ਮ੍ਰਿਤ ਮੋਰੀ, ਮੈਂ ਜਾਣਦਾ ਖੁਦਾ ਨੇ ਬਸ ਮੌਤ ਨੇੜੇ ਹੀ ਸਿਰ ਤੇ ਘੂਕਦੀ ਲੱਗਦੀ ਮੇਰੀ। ਜਗ ਜੀਵਨ ਤੇ ਟੂਟੀ ਡੋਰੀ, ਬਸ ਮਹਾਰਾਜ ਮੇਰੀ ਤੇ ਆਸ ਮੁੱਕ ਗਈ ਆ ਜੀਉਣ ਦੀ ਹੁਣ। ਆਇਓ ਨਗਰ ਤਹਾਂ ਕਿਆ ਹੋਏ, ਤੇ ਜੇ ਮਹਾਰਾਜ ਆ ਵੀ ਗਿਆ ਸ਼ਹਿਰ ਲਾਗੇ ਤਾਂ ਕੀ ਹੋ ਗਿਆ। ਚੀਰ ਗੰਠ ਹਮ ਦਾਮ ਨ ਕੋਏ, ਮਹਾਰਾਜ ਭਈ ਮੇਰੇ ਪੱਲੇ ਵਿੱਚ ਕਿਹੜੇ ਕੋਈ ਰੁਪਈਏ ਬੱਧੇ ਹੋਏ ਆ ਵੀ ਜਿਹੜਾ ਨਾਲ ਮੈਂ ਜਾ ਕੇ ਕੋਈ ਭੋਜਨ ਛਕ ਲੈਣਾ ਹੈ। ਬਿਨਾ ਲੀਏ ਕੋ ਦੇਵੇ ਨਾਹੀ, ਤੇ ਜੇ ਸ਼ਹਿਰ ਆ ਗਿਆ ਮਹਾਰਾਜ ਬਿਨਾ ਕੋਈ ਪੈਸੇ ਆਦਿਕ ਲਏ ਤੋਂ ਕਿਹੜਾ ਮੈਨੂੰ ਕੋਈ ਖਾਣ ਨੂੰ ਦੇ ਦੂ ਕੁਛ। ਕੈਸੇ ਖਾਉ ਅਸਨਪੁਰ ਮਾਹੀ, ਇਸ ਸ਼ਹਿਰ ਵਿੱਚ ਜਾ ਕੇ ਭੋਜਨ ਕਿੱਦਾਂ ਮੈਂ ਖਾ ਲਵਾਂਗਾ ਜੀ। ਸ੍ਰੀ ਗੁਰ ਸੁਨੇ ਵਾਕ ਅਸ ਜਬ ਹੀ, ਜਦੋਂ ਇਹ ਬਚਨ ਮਰਦਾਨੇ ਦੇ ਸੁਣੇ ਮਹਾਰਾਜ ਨੇ ਕੌਤਕ ਕਰਨਾ ਸੀ, ਇਸ ਵਾਸਤੇ ਖੇਲ ਬਣਾ ਲਿਆ ਸਤਿਗੁਰਾਂ ਨੇ। ਪਗ ਸੋ ਰੇਤ ਫਰੋਰੀ ਤਬ ਹੀ, ਸਤਿਗੁਰੂ ਪਾਤਸ਼ਾਹ ਨੇ ਆਪਣੇ ਚਰਨਾਂ ਦੇ ਨਾਲ ਜੰਗਲ ਤੋਂ ਪਾਰ ਹੋਏ ਨੇ, ਰੇਤਾਂ ਵਾਲਾ ਥਾਂ ਸੀ, ਆਪਣੇ ਚਰਨਾਂ ਨਾਲ ਥੋੜੀ ਜਿਹੀ ਰੇਤ ਫਰੋਲਤੀ ਮੇਰੇ ਸਤਿਗੁਰਾਂ ਨੇ। ਨਿਕਸਾ ਤਹਿ ਤੇ ਅਦਭੁਤ ਲਾਲ, ਤੇ ਉਥੋਂ ਰੇਤਾਂ ਦੇ ਵਿੱਚੋਂ ਹਜੂਰ ਨੇ ਬੜਾ ਹੀ ਆਸ਼ਚਰਜ ਚਮਕ ਵਾਲਾ ਇੱਕ ਲਾਲ ਪ੍ਰਗਟ ਕਰ ਦਿੱਤਾ, ਹੀਰਾ ਲਾਲ ਜਿਹੜਾ ਹੁੰਦਾ ਹੈ ਪ੍ਰਗਟ ਕਰ ਦਿੱਤਾ ਹੈ। ਜਾਂ ਕੀ ਸੋਭਾ ਦਿਪਤ ਵਿਸਾਲ, ਬੜੀ ਸੋਭਾ ਬੜਾ ਪ੍ਰਕਾਸ਼ ਬੜਾ ਚਮਕਦਾ ਸੀ, ਲਿਸ਼ਕਦਾ ਸੀ ਲਾਲ ਉਹ। ਬੰਧਨ ਗੰਠ ਚਹੁ ਮਰਦਾਨਾ, ਮਹਾਰਾਜ ਕਹਿੰਦੇ ਲੈ ਮਰਦਾਨਾ ਸਾਡੇ ਨਾਲ ਰਹਿਣਾ ਹੈ, ਤੂੰ ਕਹਿੰਦਾ ਨਾ ਮੇਰੇ ਪੱਲੇ ਗੰਢ ਵਿੱਚ ਕੁਛ ਨਹੀਂ, ਤੂੰ ਚਾਹੁੰਦਾ ਸੀ ਮੇਰੀ ਗੰਢ ਵਿੱਚ ਕੁਛ ਹੋਵੇ ਤੇ ਆ ਤੈਨੂੰ ਦੇਨੇ ਆ ਬੰਧਨ ਵਾਸਤੇ। ਲੈ ਬੰਧ ਹੋ ਨਿਜ ਚੀਰ ਸਗਾਨਾ, ਆ ਲੈ ਫੜ, ਤੂੰ ਆ ਫੜ ਕਰਕੇ ਤੇ ਆਪਣੇ ਸੋ ਪੱਲੇ ਦੇ ਵਿੱਚ ਸੋ ਇਸ ਨੂੰ ਗੰਢ ਦੇ ਕੇ ਬੰਨ ਲੈ। ਧਰਹੁ ਧੀਰ ਔਰ ਕਰਹੁ ਪਿਆਨਾ, ਤੇ ਲੈ ਹੌਸਲਾ ਕਰ, ਤੇਰੇ ਪੱਲੇ 'ਚ ਹੁਣ ਬੰਨ ਦਿੱਤਾ, ਤੂੰ ਕਹਿੰਦਾ ਪੱਲਾ ਖਾਲੀ ਨਹੀਂ ਤੇਰਾ, ਚੱਲ ਆ ਹੁਣ ਚਲੀਏ। ਹੋਰ ਪੰਥ ਢਿਗ ਹੈ ਪੁਰ ਥਾਨਾ, ਆਹ ਦੇਖ ਨੇੜੇ ਤਾਂ ਸਾਹਮਣੇ ਤੇ ਨਗਰ ਦਿਸਦਾ ਹੈ ਭਾਈ। ਤੇ ਉਦੋਂ ਤਾਂ ਮੇਰੇ ਸਤਿਗੁਰੂ ਦੀਆਂ ਬਰਕਤਾਂ ਸਨ ਭਾਈ, ਤਿੰਨ ਕੋ ਇਹਨਾਂ ਨੂੰ ਐਂ ਲੱਗਦਾ ਸੀ ਆਓ ਹੀ ਆ, ਤੇ ਹੁਣ ਤਾਂ ਭਾਈ ਸੋ ਬਹੁਤ ਦੂਰ ਲੱਗਦਾ ਵੀ ਤਿੰਨ ਕੋ ਤੁਰਾਂਗੇ ਕਿੱਦਾਂ। ਤੇ ਮਰਦਾਨਾ ਇੱਕ ਪਾਸੇ ਕਹਿੰਦਾ ਭੁੱਖ ਨਾ ਮਰਦਾ ਹੈ, ਤੇ ਮੇਰੇ ਗੁਰੂ ਨਾਨਕ ਦੀ ਬਰਕਤ ਦੇਖੋ ਖੇਲ ਹੈ। ਕਹਿੰਦੇ ਲੈ ਵੀ ਤੇਰੇ ਪੱਲੇ ਬੰਨ ਦਿੰਨੇ ਕੁਛ, ਬੰਨ ਦਿੱਤਾ ਤੇ ਕਹਿੰਦੇ ਲੈ ਹੁਣ ਤੇਰੇ ਪੱਲੇ ਆ ਹੁਣ ਜਾਓ ਸਾਹਮਣੇ ਨਗਰ ਆ ਗਿਆ, ਚੱਲ ਚਲੀਏ ਹੁਣ। ਦੋਹਰਾ ਇਹ ਪਾਹਨ ਕਿਆ ਕਾਜ ਹੈ, ਮਰਦਾਨੇ ਵਿਚਾਰਿਆਂ ਨੂੰ ਕੀ ਪਤਾ, ਕਹਿੰਦੇ ਮਹਾਰਾਜ ਵੀ ਆ ਹੁਣ ਪੱਥਰ ਮੈਨੂੰ ਚੱਕ ਕੇ ਕਹਿੰਦੇ ਬੰਨ ਲੈ, ਇਹ ਮੇਰੇ ਕਿਸ ਕੰਮ ਹੈ। ਕਛੂ ਨਾ ਦੇਵਹਿ ਕੋਏ, ਇਹਦੇ ਬਦਲੇ ਮੈਨੂੰ ਕਿਸੇ ਨੇ ਕੀ ਦੇਣਾ ਹੈ। ਤੋ ਮਹਾਰਾਜ ਇੱਕ ਪੱਥਰ ਫੜਾਤਾ, ਕਹਿੰਦੇ ਬੰਨ ਲਾ ਪੱਲੇ ਤੂੰ। ਹੋਏ ਦਾਮ ਨਿਜ ਪਾਸ ਜੇ, ਜੇ ਦਮੜੇ ਹੁੰਦੇ ਰੁਪਈਏ ਹੁੰਦੇ ਮੇਰੇ ਕੋਲ, ਚਾਹੇ ਜੋ ਲੇਵਹਿ ਸੋਏ, ਜੋ ਚਾਹੁੰਦਾ ਮੈਂ ਬਾਜ਼ਾਰ ਚੋਂ ਜਾ ਕੇ ਲੈ ਲੈਂਦਾ, ਖਰੀਦ ਲੈਂਦਾ। ਪਾਤਸ਼ਾਹ ਇਹ ਪੱਥਰ ਦੇ ਨਾਲ ਕੀ ਮਿਲਣਾ ਮੈਨੂੰ। ਚੌਪਈ ਜਾ ਕੇ ਬੰਦੇ ਭੂਖ ਨ ਤੇ ਜਾਵਹਿ, ਮਹਾਰਾਜ ਇਹ ਪੱਥਰ ਜਿਹੜਾ ਮੈਂ ਕੱਪੜੇ ਦੇ ਪੱਲੇ ਬੰਨਿਆ, ਭੁੱਖ ਤਾਂ ਨਹੀਂ ਮੇਰੀ ਮਿਟਣੀ ਇਹਦੇ ਨਾਲ। ਜਬ ਲੋ ਹਾਥ ਆਹਾਰ ਨ ਆਵਹਿ, ਜਦੋਂ ਤੱਕ ਮੈਨੂੰ ਭੋਜਨ ਨਹੀਂ ਮਿਲਦਾ ਖਾਣ ਵਾਸਤੇ ਮਹਾਰਾਜ, ਤੇ ਮੇਰੀ ਭੁੱਖ ਕਿਵੇਂ ਦੂਰ ਹੋਵੇਗੀ। ਸ੍ਰੀ ਗੁਰ ਕਹੈ ਨਿਕਟ ਹੈ ਨਗਰੀ, ਗਰੀਬ ਨੂੰ ਅੱਜ ਕਹਿੰਦੇ ਨੇ ਘਬਰਾ ਨਾ, ਆ ਨੇੜੇ ਹੀ ਸ਼ਹਿਰ ਆ ਗਿਆ ਹੈ ਹੁਣ। ਤਹ ਕੀਮਤ ਇਸ ਹੋਏ ਉਹ ਜਗਰੀ, ਉੱਥੇ ਜਾ ਕੇ ਤੈਨੂੰ ਪਤਾ ਲੱਗੂ ਵੀ ਇਹ ਪੱਥਰ ਹੈ ਕਿ ਜਾਂ ਇਹਦੀ ਕੀਮਤ ਕੀ ਹੈ।
ਕਹਿੰਦੇ ਉੱਥੇ ਤੈਨੂੰ ਪਤਾ ਲੱਗੇਗਾ ਇਸ ਦਾ। ਤੀਨ ਕੋਸ ਪਿਖ ਚਲ ਤਤ ਕਾਲਾ। ਕਹਿੰਦੇ ਨੇ ਇਸ ਪ੍ਰਕਾਰ 3 ਕੋ ਚੱਲ ਕਰਕੇ ਫਿਰ ਦੇਖੀ ਇਹਦੀ ਕੀਮਤ ਤੂੰ। ਕਿਉ ਧੀਰਜ ਦੇ ਤੁਰੇ ਕਿਰਪਾਲਾ। ਇਉਂ ਗੱਲੀ ਬਾਤੀ ਲਾ ਕੇ ਮਰਦਾਨੇ ਨੂੰ, ਬਰਕਤ ਤੇ ਗੁਰੂ ਸਾਹਿਬ ਦੀ ਆਪਣੀ ਸੀ, ਇਉਂ ਗੱਲੀ ਬਾਤੀ ਲਾ ਕੇ ਮਹਾਰਾਜ ਨਾਲ ਲੈ ਕੇ ਤੁਰਦੇ ਜਾਂਦੇ ਹਨ। ਅਤ ਲੱਜਤ ਹੋਵਤ ਮਰਦਾਨਾ। ਮਰਦਾਨਾ ਬੜਾ ਸ਼ਰਮਸਾਰ ਹੁੰਦਾ ਹੈ। ਹਿਰਦੇ ਖਿਜਤ ਨਹਿ ਕਰਤ ਬਖਾਨਾ। ਹੁਣ ਮਨ ਦੇ ਵਿਚਾਰ ਹੀ ਆ ਨਾ। ਹੁਣ ਆਪਣੇ ਮੈਨੂੰ ਭੁੱਖ ਲੱਗੀ ਹੋਈ ਹੈ, ਲੈ ਮਹਾਰਾਜ ਨੂੰ ਕਿਹਾ ਵੀ ਹੈ ਤੇ ਮੈਨੂੰ ਆ ਪੱਥਰ ਬੰਨ੍ਹ ਦਿੱਤਾ ਹੈ। ਇਉਂ ਆਪਣੇ ਮਨ ਦੇ ਵਿਚਾਰਾਂ ਨਾਲ ਹੀ ਖਿਜੀ ਜਾਂਦਾ ਹੈ। ਤੋ ਸਾਡਾ ਮਨ ਹੀ ਹੈ। ਜੇ ਤਾਂ ਮਨ ਵਿੱਚ ਵਿਚਾਰ ਸ਼ੁਭ ਨੇ ਤੇ ਬੰਦਾ ਖੁਸ਼ ਹੈ, ਜੇ ਮਨ ਵਿੱਚ ਵਿਚਾਰ ਮਾੜੇ ਆ ਗਏ ਨੇ ਤੇ ਭਾਈ ਉਹਦੇ ਨਾਲ ਬੰਦਾ ਝੂਰਦਾ ਰਹਿੰਦਾ ਹੈ। ਮਰਦਾਨੇ ਦੀ ਹਾਲਤ ਬਣੀ ਹੋਈ ਹੈ। ਮੰਦ ਮੰਦ ਬੇਦੀ ਕੁਲ ਦੀਪਾ। ਹੌਲੀ ਹੌਲੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੇਦੀ ਕੁਲ ਦੇ ਪ੍ਰਕਾਸ਼ਕ ਸਤਿਗੁਰੂ ਜੀ ਚੱਲ ਕਰ ਪਹੁੰਚੇ ਨਗਰ ਸਮੀਪਾ। ਮਹਾਰਾਜ ਨੇੜੇ ਪਹੁੰਚ ਗਏ ਇਸ ਨਗਰੀ ਦੇ। ਬਿਟਪ ਬਲੋਕ ਏਕ ਰਮਣੀਕਾ। ਬੜਾ ਸੁੰਦਰ ਇੱਕ ਦਰਖਤ ਦੇਖਿਆ ਮਹਾਰਾਜ ਨੇ, ਸੋਹਣਾ ਰੌਣਕ ਵਾਲਾ। ਬੈਠ ਗਏ ਤਹ ਸਭ ਜਗ ਟੀਕਾ। ਸਾਰੇ ਜਗਤ ਦੇ ਸ਼੍ਰੋਮਣੀ ਧੰਨ ਗੁਰੂ ਨਾਨਕ ਪਾਤਸ਼ਾਹ ਜਾ ਕਰਕੇ ਉਸ ਦਰਖਤ ਦੇ ਥੱਲੇ ਬੈਠ ਗਏ ਹਨ। ਤਬ ਮਰਦਾਨੇ ਬਚਨ ਉਚਾਰਾ। ਤਦੋਂ ਭਾਈ ਮਰਦਾਨਾ ਜੀ ਨੇ ਬਚਨ ਕੀਤਾ ਸਤਿਗੁਰਾਂ ਨੂੰ, ਜਿਉ ਤੁਮ ਕਹੋ ਕਰੋ ਤਿਉ ਕਾਰਾ। ਮਹਾਰਾਜ ਵੀ ਕਿਰਪਾ ਕਰੋ, ਜਿਵੇਂ ਹੁਣ ਮੈਨੂੰ ਹੁਕਮ ਕਰੋ ਉਸੇ ਤਰ੍ਹਾਂ ਮੈਂ ਕੰਮ ਕਰਾਂ। ਲਾਲ ਨਾਮ ਕਹਿ ਦਿਓ ਜੋ ਮੋਹੀ। ਆ ਜਿਹੜਾ ਲਾਲ ਮੈਨੂੰ ਕਹਿੰਦੇ ਲਾਲ ਹੈ, ਮੈਨੂੰ ਜੋ ਦਿੱਤਾ ਹੋਇਆ ਤੁਸਾਂ, ਇਸ ਤੇ ਕੌਣ ਕਾਜ ਅਬ ਹੋਹੀ। ਮਹਾਰਾਜ ਇਹ ਕਾਹਦੇ ਵਾਸਤੇ, ਕੀ ਕੰਮ ਹੋਣਾ ਇਹਦੇ ਨਾਲ। ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਪੁੱਛ ਰਿਹਾ ਹੈ ਵੀ ਮਹਾਰਾਜ ਸ਼ਹਿਰ ਤਾਂ ਆ ਗਿਆ, ਮੈਨੂੰ ਕਹਿੰਦੇ ਆ ਲਾਲ ਪੱਲੇ ਬੰਨ ਲੈ, ਹੁਣ ਇਹ ਲਾਲ ਦਾ ਕੀ ਕਰਨਾ, ਕਿਸ ਕੰਮ ਆਉਣਾ ਹੈ। ਉਹ ਮੇਰੇ ਸਤਿਗੁਰੂ ਪਾਤਸ਼ਾਹ ਜੀ ਹੁਣ ਦੱਸਣਗੇ ਵੀ ਇਹ ਲਾਲ ਤੋਂ ਤੂੰ ਕੀ ਕੰਮ ਕਰਨਾ ਤੇ ਗੁਰੂ ਨਾਨਕ ਸਾਹਿਬ ਨੇ ਇਸ ਲਾਲ ਤੋਂ ਕੀ ਕਰਾਉਣਾ ਹੈ। ਉਹ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਹੁਣ ਅਗਲੇ ਸਮੇਂ ਵਿੱਚ ਬਖਸ਼ਿਸ਼ ਕਰਨਗੇ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਅੱਗੇ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਸੁੰਦਰ ਇਤਿਹਾਸ ਨੂੰ ਸਰਵਣ ਕਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਨ। ਇਹਨਾਂ ਕੌਤਕਾਂ ਨੂੰ ਪੜ੍ਹ ਕੇ ਸੁਣ ਕੇ ਵਿਚਾਰ ਕੇ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਸੋ ਮਨ ਵਿੱਚ ਭਰੋਸਾ ਧਾਰਨ ਕਰਦੇ ਹੋਏ ਗੁਰੂ ਵਿੱਚ ਯਕੀਨ ਲਿਆਈਏ, ਗੁਰੂ ਦੇ ਬਚਨ ਪਾਲੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ, ਜਿਹਦੇ ਸਦਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹੱਥ ਪ੍ਰਵਿਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣਾ ਸੀਸੜੀਆਂ, ਜੋ ਹੋਵੇ ਸਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਤਬ ਮਰਦਾਨੇ ਬਚਨ ਉਚਾਰਾ। ਜਿਉ ਤੁਮ ਕਹੋ ਕਰੋ ਤਿਉ ਕਾਰਾ। ਲਾਲ ਨਾਮ ਕਹਿ ਦਿਓ ਜੋ ਮੋਹੀ। ਇਸ ਤੇ ਕੌਣ ਕਾਜ ਅਬ ਹੋਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।